ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਹਾਂ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਇਸ ਗੁਰਮੁਖ ਕਲਾਸ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਹੀ ਗੁਰੂ ਪਿਆਰਿਆਂ ਨੂੰ ਜੀ ਆਇਆਂ। ਜਿਸ ਤਰ੍ਹਾਂ ਆਪ ਜਾਣਦੇ ਹੋ ਕਿ ਪਿਛਲੇ ਹਫ਼ਤੇ ਨੂੰ ਛੱਡ ਕੇ ਅਸੀਂ ਗੁਰੂ ਨਾਨਕ ਦੇਵ ਮਹਾਰਾਜ ਦਾ ਜੀਵਨ ਇਤਿਹਾਸ ਸ਼ੁਰੂ ਕੀਤਾ ਸੀ, ਜੋ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਅਨੰਦਪੁਰ ਸਾਹਿਬ ਵਾਲੇ ਇਹ ਸੇਵਾ ਨਿਭਾ ਰਹੇ ਹਨ। ਲੇਕਿਨ ਉਹਨਾਂ ਦੀ ਸਿਹਤ ਢਿੱਲੀ ਹੋਣ ਕਰਕੇ ਉਹਨਾਂ ਦਾ ਗਲਾ ਥੋੜਾ ਖਰਾਬ ਹੈ। ਇਸ ਵਾਸਤੇ ਉਹਨਾਂ ਨੇ ਕੱਲ ਬੇਨਤੀ ਕੀਤੀ ਸੀ ਵੀ ਇਹ ਵਿਸ਼ਾ ਅੱਜ ਮੈਂ ਨਹੀਂ ਅੱਗੇ ਕਰ ਸਕਾਂਗਾ, ਅਗਲੇ ਹਫ਼ਤੇ ਫਿਰ ਸ਼ੁਰੂ ਕਰਾਂਗਾ। ਤੇ ਅੱਜ ਜਿਵੇਂ ਅਸੀਂ ਕੱਲ ਵਿਚਾਰ ਕੀਤੀ ਸੀ ਕਿ ਆਤਮਾ ਕੀ ਹੈ, ਵੀ ਰਾਜਾ ਸਿੰਘ ਜੀ ਜਿਨ੍ਹਾਂ ਨੇ ਪਹਿਲਾਂ ਮਨ ਤੇ ਸਰੀਰ ਦੋ ਅਹਿਮ ਵਿਸ਼ੇ ਜਿਹੜੇ ਹਨ ਉਹਨਾਂ ਦਾ ਪਹਿਲਾਂ ਸਾਡੇ ਨਾਲ ਵਿਚਾਰਾਂ ਦੀ ਸਾਂਝ ਕੀਤੀ ਹੈ। ਕਾਫੀ ਦੇਰ ਤੋਂ ਉਹਨਾਂ ਦਾ ਇਹ ਸਬਜੈਕਟ ਜਿਹੜਾ ਪੈਂਡਿੰਗ ਚੱਲ ਰਿਹਾ ਸੀ ਕਿ ਆਤਮਾ ਕੀ ਹੈ, ਸਾਡੇ ਇਸ ਮਨੁੱਖੀ ਸਰੀਰ ਦੇ ਵਿੱਚ ਆਤਮਾ ਦੇ ਕੀ ਰੋਲ ਹੈ, ਆਤਮਾ ਕਿਵੇਂ ਹੈ, ਕੀ ਕਰਦੀ ਹੈ, ਇਹ ਸਾਰਾ ਵਿਚਾਰਾਂ ਵੀ ਰਾਜਾ ਸਿੰਘ ਜੀ ਨੇ ਆਪ ਜੀ ਨਾਲ ਕਰਨੀਆਂ ਹਨ। ਤਾਂ ਮੈਂ ਵੀ ਰਾਜਾ ਸਿੰਘ ਜੀ ਨੂੰ ਬੇਨਤੀ ਕਰ ਰਿਹਾ ਹਾਂ ਕਿ ਅੱਜ ਇਸ ਵਿਸ਼ੇ ਦੇ ਉੱਤੇ ਵਿਚਾਰਾਂ ਆਰੰਭ ਕਰਨ। ਵੀਰ ਰਾਜਾ ਸਿੰਘ, ਵਾਹਿਗੁਰੂ ਜੀ ਕਾ ਖਾਲਸਾ, ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਦਾ ਅੱਜ ਦੇ ਇਸ ਕਲਾਸ ਵਿੱਚ ਜੀਓ ਆਇਆਂ ਜੀ। ਤੋ ਜਿਸ ਤਰ੍ਹਾਂ ਵੀਰ ਹਰਜੀਤ ਸਿੰਘ ਜੀ ਨੇ ਤੁਹਾਨੂੰ ਦੱਸਿਆ, ਆਤਮਾ ਦੇ ਵਿਸ਼ੇ ਤੇ ਅੱਜ ਆਪਾਂ ਵਿਚਾਰਾਂ ਸਾਂਝੀਆਂ ਕਰਨੀਆਂ। ਪਹਿਲੇ ਮਨ ਦੀ ਗੱਲ, ਇੱਕ ਵਿਸ਼ਾ ਆਪਾਂ ਰਲ ਮਿਲ ਕੇ ਸਾਂਝਾ ਕੀਤਾ ਸੀ। ਫਿਰ 2 ਲੈਕਚਰ ਸਰੀਰ ਤੇ ਹੋਏ ਸਨ। ਤਾਂ ਉਸ ਤੋਂ ਬਾਅਦ ਇਹ ਹੁਕਮ ਹੋਇਆ ਵੀ ਆਤਮਾ ਜਿਹੜੀ ਹੈ ਉਹਦੀ ਗੱਲ ਕੀਤੀ ਜਾਏ। ਤਾਂ ਆਓ ਸਤਿਗੁਰੂ ਦੀ ਕਿਰਪਾ ਅਨੁਸਾਰ ਅੱਜ ਆਪਾਂ ਆਤਮਾ ਤੇ ਵਿਚਾਰ ਕਰਦੇ ਹਾਂ ਸਤ ਸੰਗਤ ਜੀ। ਤਾਂ ਸਭ ਤੋਂ ਪਹਿਲਾਂ ਮੈਂ ਇਹਨੂੰ ਘਟਨਾ ਕਹਿ ਲਓ, ਕਹਾਣੀ ਕਹਿ ਲਓ, ਉਹ ਤੁਹਾਡੇ ਨਾਲ ਸਾਂਝੀ ਕਰਨੀ ਹੈ। ਤੇ ਮੈਂ ਬੇਨਤੀ ਕਰਾਂਗਾ ਸੰਗਤ ਨੂੰ ਬਈ ਆਪਣੇ ਜ਼ਿਹਨ ਦੇ ਵਿੱਚ ਇੱਕ ਨਕਸ਼ਾ ਲਿਆਓ, ਇੱਕ ਇਮੇਜ ਬਣਾਓ ਜੀ ਕਿ ਇੱਕ ਸਮੁੰਦਰ ਦੇ ਕਿਨਾਰੇ ਆਪਾਂ ਖੜੇ ਹਾਂ। ਸਮੁੰਦਰ ਦਾ ਪਾਣੀ ਛਲ ਛਲ ਕਰਦਾ ਛੱਲਾ ਮਾਰ ਰਿਹਾ, ਔਰ ਕਿਨਾਰੇ ਤੇ ਇੱਕ ਲੜਕਾ ਬੈਠਾ ਹੈ, ਉਹਦੇ ਹੱਥ ਵਿੱਚ ਇੱਕ ਕਟੋਰਾ ਹੈ। ਉਹ ਲੜਕਾ ਦੇਖਣ ਤੋਂ ਲੱਗਦਾ ਵੀ ਜਿਵੇਂ ਕੋਈ ਪਰੇਸ਼ਾਨ ਹੁੰਦਾ ਹੈ ਜਾਂ ਕਿਸੇ ਡੂੰਘੀ ਸੋਚ ਵਿੱਚ ਡੁੱਬਿਆ। ਤੇ ਇੰਨੇ ਨੂੰ ਉੱਥੋਂ ਇੱਕ ਦਾਨਸ਼ਵਰ ਪੁਰਸ਼ ਲੰਘਿਆ। ਉਹਨੇ ਦੇਖਿਆ ਵੀ ਇਹ ਬੱਚਾ ਇੱਥੇ ਬੜੀ ਦੇਰ ਦਾ ਬੈਠਾ, ਇਹਨੂੰ ਕੋਈ ਪਰੇਸ਼ਾਨੀ ਹੈ। ਕੋਲ ਜਾ ਕੇ ਕਹਿਣ ਲੱਗਾ, ਕਾਕਾ ਤੈਨੂੰ ਕੀ ਪਰੇਸ਼ਾਨੀ ਹੈ, ਦੱਸ, ਸ਼ਾਇਦ ਮੈਂ ਕੋਈ ਤੁਹਾਡਾ ਹੱਲ ਕਰ ਸਕਾਂ। ਉਹ ਆਖਣ ਲੱਗਾ, ਬਾਬਾ ਜੀ ਤੁਸੀਂ ਜਾਓ, ਮੈਨੂੰ ਆਪਣਾ ਕੰਮ ਕਰਨ ਦਿਓ। ਚਲੋ ਉਹ ਚਲੇ ਗਏ। ਪਰ ਹੁਣ ਉਹਦੇ ਮਨ 'ਚ ਸੀ ਵੀ ਬੱਚਾ, ਨੌਜਵਾਨ ਬੱਚਾ ਬੈਠਾ ਹੈ, ਚਿੰਤਾ 'ਚ ਬੈਠਾ ਹੈ। ਉਹ 15 ਮਿੰਟ ਬਾਅਦ ਫਿਰ ਵਾਪਸ ਆ ਗਏ। ਆ ਕੇ ਫਿਰ ਕਹਿੰਦੇ, ਕਾਕਾ ਵੀ ਤੂੰ ਦੱਸ ਤੇ ਸਹੀ, ਤੈਨੂੰ ਪਰੇਸ਼ਾਨੀ ਕੀ ਹੈ। ਉਹ ਕਹਿੰਦੇ ਹੱਥ ਜੋੜ ਕੇ ਕਹਿਣ ਲੱਗਾ, ਜੀ ਮੈਂ ਤੁਹਾਨੂੰ ਅੱਗੇ ਹੀ ਬੇਨਤੀ ਕੀਤੀ ਹੈ, ਤੁਸੀਂ ਜਾਓ, ਮੈਨੂੰ ਆਪਣਾ ਕੰਮ ਕਰਨ ਦਿਓ। ਖੈਰ ਉਹ ਚਲੇ ਗਏ। ਜਿਸ ਵੇਲੇ 2 ਘੰਟੇ ਬਾਅਦ ਉਹ ਵਾਪਸ ਆਏ ਨੇ, ਤਾਂ ਆ ਕੇ ਦੇਖਦੇ ਬੱਚਾ ਉਸੇ ਤਰ੍ਹਾਂ ਬੈਠਾ, ਹੱਥ 'ਚ ਕੌਲ ਹੈ ਔਰ ਬੜੀ ਪਰੇਸ਼ਾਨੀ 'ਚ ਹੈ। ਉਹ ਫਿਰ ਆ ਕੇ ਕਹਿਣ ਲੱਗੇ ਵੀ ਕਾਕਾ ਗੱਲ ਇਹ ਹੈ ਭਈ ਤੂੰ ਪਰੇਸ਼ਾਨੀ 'ਚ ਬੜੀ ਦੇਰ ਦਾ ਬੈਠਾ ਹੈ ਤੇ ਇਸ ਤਰ੍ਹਾਂ ਵੀ ਆਪਣੀ ਪਰੇਸ਼ਾਨੀ ਦੱਸਣ ਦੇ ਨਾਲ ਘਟਦੀ ਹੈ, ਤੇ ਤੂੰ ਦੱਸ ਤੇ ਸਹੀ, ਸ਼ਾਇਦ ਕੋਈ ਹੱਲ ਨਿਕਲ ਸਕੇ। ਉਹ ਫਿਰ ਲੜਕੇ ਨੇ ਸੋਚਿਆ ਵੀ ਇਹ ਬਜ਼ੁਰਗ ਬਾਰ-ਬਾਰ ਪੁੱਛ ਰਹੇ ਨੇ। ਉਹ ਆਖਣ ਲੱਗਾ, ਦੇਖੋ ਜੀ ਗੱਲ ਇਹ ਹੈ ਵੀ ਮੈਂ ਇਸ ਸਮੁੰਦਰ ਨੂੰ ਆਪਣੇ ਕਟੋਰੇ 'ਚ ਭਰਨਾ ਚਾਹੁੰਦਾ, ਵੀ ਇਹਦੇ 'ਚ ਬੰਦ ਕਰਨਾ ਚਾਹੁੰਦਾ, ਤੇ ਮੈਨੂੰ ਕੋਈ ਤਰਕੀਬ ਨਹੀਂ ਸਮਝ ਆ ਰਹੀ ਵੀ ਮੈਂ ਕਰਾਂ ਕੀ। ਉਹ ਅੱਗੋਂ ਉਸ ਦਾਨੇ ਪੁਰਸ਼ ਨੇ ਆਖਿਆ, ਭਾਈ ਬੱਚਾ, ਬੇਟਾ ਗੱਲ ਇਹ ਹੈ ਕਿ
ਇਹ ਸਮੁੰਦਰ ਜਿਹੜਾ ਹੈ ਤੇਰੇ ਕਟੋਰੇ ਵਿੱਚ ਨਹੀਂ ਆ ਸਕਦਾ। ਸਮੁੰਦਰ ਤਾਂ ਬਹੁਤ ਵਿਸ਼ਾਲ ਹੈ, ਇਹਦਾ ਤੇ ਅੰਤ ਹੀ ਨਹੀਂ ਪਤਾ ਕਿੱਥੋਂ ਸ਼ੁਰੂ ਹੁੰਦਾ ਕਿੱਥੇ ਖਤਮ ਹੁੰਦਾ ਹੈ, ਤੇਰੇ ਕਟੋਰੇ 'ਚ ਕਿਵੇਂ ਆ ਜਾਏਗਾ। ਤੇ ਅੱਗੋਂ ਉਸ ਨੌਜਵਾਨ ਨੇ ਇਸ ਲਈ ਗੱਲ ਸੁਣੀ, ਉਹਨੂੰ ਇੱਕਦਮ ਜਿਸ ਤਰ੍ਹਾਂ ਹੁੰਦਾ ਨਾ ਕੋਈ ਮਨ 'ਚ ਕੋਈ ਐਸਾ ਉਬਾਲ ਆਉਂਦਾ ਹੈ, ਉੱਠ ਕੇ ਖੜਾ ਹੋ ਗਿਆ ਤੇ ਉਹਨੇ ਉਸ ਕਟੋਰੇ ਨੂੰ ਭਵਾਂ ਕੇ ਮਾਰਿਆ ਸਮੁੰਦਰ ਦੇ ਵਿੱਚ। ਉਹ ਚੱਕਰ ਕੱਟਦਾ ਕੱਟਦਾ ਵਿੱਚ ਉਹਨਾਂ ਸਮੁੰਦਰ ਦੀਆਂ ਛੱਲਾਂ ਵਿੱਚ ਹੀ ਕਿਤੇ ਗਵਾਚ ਗਿਆ, ਉਹ ਪਤਾ ਨਹੀਂ ਲੱਗਾ ਵਿੱਚ ਸਮਾ ਗਿਆ। ਤੇ ਬੱਚੇ ਨੇ ਜਿਹੜੀ ਗੱਲ ਕਹੀ ਸਾਧ ਸੰਗਤ ਉਹ ਨੋਟ ਕਰਨ ਵਾਲੀ ਹੈ। ਆਖਣ ਲੱਗਾ, ਬਾਬਾ ਜੀ ਜੇ ਸਮੁੰਦਰ ਮੇਰੇ ਕੁਲਜੇ 'ਚ ਨਹੀਂ ਆ ਸਕਦਾ, ਕਟੋਰੇ 'ਚ ਨਹੀਂ ਆ ਸਕਦਾ, ਤੇ ਕਟੋਰਾ ਤੇ ਸਮੁੰਦਰ ਜਾ ਸਕਦਾ ਨਾ। ਤਾਂ ਸਾਧ ਸੰਗਤ ਇਸ ਕਹਾਣੀ ਤੋਂ ਸਾਨੂੰ ਇਹ ਗੱਲ, ਦੋ ਗੱਲਾਂ ਬੜੀਆਂ ਸਪਸ਼ਟ ਹੋ ਜਾਂਦੀਆਂ ਨੇ। ਇੱਕ ਤੇ ਹੈ ਜੇ ਬੰਦਾ ਪੁਰਸ਼ਾਰਥ ਕਰੇ ਤੇ ਸਾਡੀ ਆਤਮਾ ਪਰਮਾਤਮਾ 'ਚ ਅਭੇਦ ਹੋ ਸਕਦੀ ਹੈ। ਔਰ ਦੂਜੀ ਗੱਲ ਇਹ ਹੈ ਕਿ ਜਿੰਨਾ ਮਰਜ਼ੀ ਪੁਰਸ਼ਾਰਥ ਕਰ ਲਈਏ, ਨੇਕ ਬਣ ਜਾਈਏ, ਵਧੀਆ ਬਣ ਜਾਈਏ, ਸਾਡੀ ਆਤਮਾ ਵਾਹਿਗੁਰੂ 'ਚ ਅਭੇਦ ਵੀ ਹੋ ਜਾਏ ਪਰ ਅਸੀਂ ਵਾਹਿਗੁਰੂ ਦਾ ਭੇਦ ਨਹੀਂ ਪਾ ਸਕਦੇ। ਸੋ ਇਸ ਕਹਾਣੀ ਤੋਂ ਦੋ ਗੱਲਾਂ ਸਾਨੂੰ ਸਾਹਮਣੇ ਆਈਆਂ ਨੇ। ਤੋ ਆਓ ਸਾਧ ਸੰਗਤ ਜੀ ਹੁਣ ਆਪਾਂ ਆਪਣੇ ਵਿਸ਼ੇ ਲਾਈਏ ਕਿ ਆਤਮਾ ਹੈ ਕੀ ਹੈ। ਤੋ ਗੁਰਬਾਣੀ ਵਿੱਚ ਆਤਮਾ ਲਈ ਨਾ ਵੱਖ-ਵੱਖ ਸ਼ਬਦ ਜਿਹੜੇ ਨੇ ਉਹ ਆਏ ਨੇ। ਕਿਤੇ ਨੇ ਜੀਓ ਲਿਖਿਆ, ਕਿਤੇ ਮਨ, ਕਿਤੇ ਚਿੱਤ, ਕਿਤੇ ਜੋਤ, ਜਿੰਦ, ਕਿਤੇ ਜਿੰਦੂ ਲਿਖਿਆ, ਕਿਤੇ ਪ੍ਰਾਣ ਲਿਖਿਆ, ਕਿਤੇ ਅੰਤःਕਰਨ ਲਿਖਿਆ। ਇਹੋ ਜਿਹੇ ਲਫ਼ਜ਼ ਜਿਹੜੇ ਨੇ ਇਹ ਵਰਤੇ ਨੇ ਨਾ, ਸਾਰਿਆਂ ਦਾ ਅਰਥ ਜਿਹੜਾ ਹੈ ਉਹ ਜਾ ਕੇ ਉੱਥੇ ਹੀ ਜੁੜਦਾ ਹੈ ਆਤਮਾ ਤੇ। ਹਿੰਦੂ ਮਤ ਦੇ ਉਹਨਾਂ ਦੀ ਇੱਕ ਕੰਠ ਉਪਨਿਸ਼ਦ ਹੈ, ਉਹਦਾ ਨਾਮ ਹੈ ਕੰਠ ਉਪਨਿਸ਼ਦ। ਉਹਦੇ 'ਚ ਉਹਨੇ ਲਿਖਿਆ ਕਿ ਜਿਹੜੀ ਆਤਮਾ ਹੈ ਨਾ, ਸਰੀਰ ਇਹਦੀ ਘੋੜੀ ਹੈ ਜਾਂ ਰੱਥ ਹੈ, ਤੇ ਸਾਰੀ ਉਮਰ ਆਤਮਾ ਇਸ ਰੱਥ ਤੇ ਸਵਾਰ ਹੋ ਕੇ ਸੈਰ ਕਰਦੀ। ਇਸ ਤੋਂ ਉਲਟ ਜਿਹੜਾ ਬੁੱਧ ਮਤ ਹੈ, ਹੁਣ ਬੁੱਧ ਮਤ ਇੱਕ ਬੜਾ ਵੱਡਾ ਮਤ ਕਿਸੇ ਵੇਲੇ ਰਿਹਾ, ਹੁਣ ਵੀ ਹੈ। ਤੇ ਆਪਣੇ ਹਿੰਦੁਸਤਾਨ ਵਿੱਚ ਜਿਸ ਵੇਲੇ ਰਾਜਾ ਅਸ਼ੋਕ ਦਾ ਰਾਜ ਸੀ ਤੇ ਉਸ ਵੇਲੇ ਉਹਨੇ ਬੁੱਧ ਮਤ ਨੂੰ ਆਪਣਾ ਰਾਜ ਧਰਮ ਬਣਾਇਆ ਸੀ, ਏਡਾ ਵੱਡਾ ਸੀਗਾ। ਅੱਜ ਵੀ ਬਹੁਤ ਸਾਰੇ ਏਸ਼ੀਅਨ ਕੰਟਰੀ ਜਿਵੇਂ ਚਾਈਨਾ ਹੈ, ਤਿੱਬਤ ਹੈ, ਥਾਈਲੈਂਡ ਹੈ, ਇਹਨਾਂ ਦੇਸ਼ਾਂ 'ਚ ਅਜੇ ਵੀ ਇਹ ਬੁੱਧ ਮਤ ਦਾ ਬੜਾ ਬੋਲਬਾਲਾ ਹੈ। ਔਰ ਥਾਈਲੈਂਡ ਦਾ ਤੇ ਰਾਜ ਧਰਮ ਅੱਜ ਦੀ ਤਰੀਕ ਵਿੱਚ ਵੀ ਬੁੱਧ ਮਤ ਹੀ। ਪਰ ਜਿਹੜੇ ਬੁੱਧ ਮਤ ਵਾਲੇ ਨੇ ਉਹ ਕਹਿੰਦੇ ਨੇ ਨਹੀਂ, ਜੋ ਕੰਠ ਉਪਨਿਸ਼ਦ ਵਿੱਚ ਲਿਖਿਆ ਜਾਂ ਜੋ ਬਾਕੀ ਮਤ ਮੰਨਦੇ ਨੇ ਉਹ ਕਹਿੰਦੇ ਨਹੀਂ, ਆਤਮਾ ਨਾਮ ਦੀ ਕੋਈ ਚੀਜ਼ ਨਹੀਂ। ਇਹ ਬੁੱਧ ਮਤ ਦੀ ਗੱਲ ਮੈਂ ਗੱਲ ਕਰ ਰਿਹਾ, ਆਤਮਾ ਨਾਮ ਦੀ ਕੋਈ ਚੀਜ਼ ਨਹੀਂ। ਉਹ ਕਹਿੰਦੇ ਨੇ ਵੀ ਹਰ ਚੀਜ਼ ਜਿਹੜੀ ਹੈ ਛਿਨ ਭੰਗਰ ਹੈ, ਨਾਸ਼ਵਾਨ ਹੈ, ਪਰਿਵਰਤਨਸ਼ੀਲ ਹੈ, ਤੇ ਇਸ ਕਰਕੇ ਆਤਮਾ ਨਾਂ ਦੀ ਕੋਈ ਚੀਜ਼ ਹੁੰਦੀ ਨਹੀਂ। ਇਹ ਬੁੱਧ ਮਤ ਦੇ ਖਿਆਲ ਨੇ। ਪਰੰਤੂ ਦੁਨੀਆ ਦੇ ਬਹੁਤ ਸਾਰੇ ਜਿਹੜੇ ਮਤ ਨੇ, ਮਜ਼ਹਬ ਨੇ, ਉਹ ਇਹ ਕਹਿੰਦੇ ਨੇ ਵੀ ਨਹੀਂ, ਆਤਮਾ ਜਿਹੜੀ ਹੈ ਉਹ ਪਰਮਾਤਮਾ ਦੀ ਹੀ ਅੰਸ਼ ਹੈ। ਔਰ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਇਸੇ ਗੱਲ ਨੂੰ ਸਾਨੂੰ ਦ੍ਰਿੜ ਕਰਵਾਇਆ ਗਿਆ ਕਿ ਇਹ ਆਤਮਾ ਜਿਹੜੀ ਹੈ ਪਰਮਾਤਮਾ ਦੀ ਅੰਸ਼ ਹੈ। ਤੋ ਸੰਖੇਪ ਵਿੱਚ ਆਪਾਂ ਕਹਿ ਸਕਦੇ ਹਾਂ ਬਈ ਸਾਡੇ ਸਰੀਰ ਨੂੰ ਚੇਤਨ ਸਤਾ ਦੇਣ ਵਾਲੀ ਜਿਹੜੀ ਸ਼ਕਤੀ ਹੈ, ਜਿਹੜੀ ਪਾਵਰ ਹੈ, ਜਿਹੜੀ ਸਾਡੇ ਸਰੀਰ ਨੂੰ ਚਲਾਉਂਦੀ ਹੈ। ਦੇਖੋ, ਜਿਤਨਾ ਚਿਰ ਵੀ ਅਸੀਂ ਸਰੀਰਕ ਤੌਰ ਤੇ ਸੰਸਾਰ ਵਿੱਚ ਵਿਚਰਦੇ ਹਾਂ, ਕੋਈ 100 ਸਾਲ ਵਿਚਰੇ, ਕੋਈ 80 ਸਾਲ ਵਿਚਰੇ, ਕੋਈ ਇਸ ਤੋਂ ਜ਼ਿਆਦਾ ਵਿਚਰੇ, ਉਹ ਜਿਹੜੀ ਹੈ, ਇਹ ਜਿਹੜੀ ਚੇਤਨ ਸਤਾ ਹੈ, ਇਹਦੇ ਸਹਾਰੇ ਹੀ ਸਾਡਾ ਸਰੀਰ ਚੱਲਦਾ ਹੈ। ਤੇ ਜਿਸ ਵੇਲੇ ਚੇਤਨ ਸਤਾ ਜਿਹੜੀ ਹੈ ਉਹ ਵਿੱਚ ਨਹੀਂ, ਤਾਂ ਸਰੀਰ ਵੀ ਕੋਈ ਨਹੀਂ, ਉਹਦੀ ਕੋਈ ਕੀਮਤ ਨਹੀਂ ਰਹਿ ਜਾਂਦੀ। ਇਸ ਕਰਕੇ ਆਤਮਾ ਦਾ ਇਹ ਜਿਹੜਾ ਜ਼ਰੂਰੀ ਪੱਖ ਹੈ ਉਹ ਸਾਨੂੰ ਗੁਰਬਾਣੀ 'ਚ ਦੱਸਿਆ। ਜਿਹੜੇ ਸੂਫੀ ਸੰਤ ਨੇ ਨਾ, ਉਹ ਆਤਮਾ ਦੇ ਦੋ ਭੇਦ ਮੰਨਦੇ ਨੇ। ਇੱਕ ਨੂੰ ਕਹਿੰਦੇ ਨੇ ਨਫਸ ਤੇ ਦੂਜੇ ਨੂੰ ਕਹਿੰਦੇ ਨੇ ਰੂਹ। ਉਹਨਾਂ ਦੇ ਅਨੁਸਾਰ ਜਿਹੜਾ ਨਫਸ ਹੈ ਨਾ, ਜਿਹੜੀਆਂ ਮਾੜੀਆਂ ਪ੍ਰਵਿਰਤੀਆਂ ਨੇ, ਜਿਸ ਵੇਲੇ ਸਾਡੀ ਆਤਮਾ ਮਾੜੀਆਂ ਪ੍ਰਵਿਰਤੀਆਂ 'ਚ ਲਿਖਾਇਕ ਹੁੰਦੀ ਹੈ ਤਾਂ ਉਹਨੂੰ ਮਤਲਬ ਹੈ ਵੀ ਨਫਸ ਕਹਿੰਦੇ ਨੇ, ਤੇ ਜਿਸ ਵੇਲੇ ਚੰਗੀਆਂ ਬਿਰਤੀਆਂ ਆਣ ਉਹਨੂੰ ਰੂਹ ਕਹਿੰਦੇ ਨੇ। ਦੇਖੋ, ਇਸੇ ਕਰਕੇ ਅਸੀਂ ਕਿਸੇ ਨੂੰ ਕਈ ਵਾਰ ਕਹਿਣਾ ਹੋਵੇ ਨਾ ਵੀ ਇਹ ਕੰਮ ਚੰਗੀ ਤਰ੍ਹਾਂ ਕਰੀ, ਧਿਆਨ ਨਾਲ ਕਰੀ, ਤੇ ਅਸੀਂ ਕਈ ਵਾਰ ਲਫ਼ਜ਼ ਵੀ ਵਰਤਦੇ ਹਾਂ, ਭਾਈ ਕੰਮ ਰੂਹ ਨਾਲ ਕਰੇ। ਇਹਦਾ ਮਤਲਬ ਰੂਹ ਜਿਹੜੀ ਹੈ, ਸੂਫੀਆਂ ਦੇ ਮੁਤਾਬਕ, ਸੂਫੀ ਸੰਤਾਂ ਦੇ ਮੁਤਾਬਕ ਨਫਸ ਤੇ ਰੂਹ। ਨਫਸ ਜਿਹੜੀ ਹੈ ਜਿਸ ਵੇਲੇ ਨੈਗੇਟਿਵ ਥਾਟਸ ਵੱਲ ਜਾਂਦੀ ਹੈ, ਰੂਹ ਦਾ ਮਤਲਬ ਹੈ ਪੋਜ਼ਿਟਿਵ ਥਾਟ। ਤੇ ਸਾਡੇ ਮਨ ਦੇ ਅੰਦਰ, ਜਿਵੇਂ ਆਪਾਂ ਪਹਿਲੇ ਮਨ ਦੇ ਵਿਸ਼ੇ 'ਚ ਪੜ੍ਹਿਆ ਸੀਗਾ, ਸਾਡੇ ਅੰਦਰ ਇਹ ਜਿਹੜੀਆਂ ਚੰਗੀਆਂ ਤੇ ਮਾੜੀਆਂ ਬਿਰਤੀਆਂ ਨੇ, ਇਹਨਾਂ ਦੀ ਹਰ ਵੇਲੇ ਕਸ਼ਮਕਸ਼ ਰਹਿੰਦੀ, ਹਰ ਵੇਲੇ ਇਹਨਾਂ ਦਾ ਆਪਸ ਵਿੱਚ ਟਕਰਾਅ ਰਹਿੰਦਾ। ਪਿੱਛੇ ਜੇ ਆਪਾਂ ਜਿਹੜੇ ਸੁਣ ਰਹੇ ਹਾਂ ਅੱਜ ਕੱਲ੍ਹ, ਵੀਰ ਹਰਜੀਤ ਸਿੰਘ ਜੀ ਕਰ ਰਹੇ ਨੇ, ਜਿਹੜੀ ਆਪਾਂ ਦੱਖਣੀ ਓਂਕਾਰ ਬਾਣੀ ਸੁਣ ਰਹੇ, ਉਹਦੇ 'ਚ
ਇੱਕ ਸ਼ਲੋਕ ਆਪ ਨੂੰ ਯਾਦ ਹੋਣਾ, 2-3 ਦਿਨ ਪਹਿਲੇ ਆਇਆ ਸੀਗਾ ਕਿ ਦੋ ਬਾਹਾਂ ਨੇ, ਇੱਕ ਸ਼ਕਤੀ ਇੱਕ ਪਾਸੇ ਖਿੱਚ ਰਹੀ ਹੈ, ਦੂਜੀ ਦੂਜੇ ਪਾਸੇ ਖਿੱਚ ਰਹੀ ਹੈ। ਬਸ ਹਾਲਾਤ ਬਿਲਕੁਲ ਉਹੀ ਨੇ ਕਿ ਨਫਸ ਤੇ ਰੂਹ ਜਿਹੜੀਆਂ ਨੇ ਉਹ ਇੱਕ ਪਾਸੇ, ਇੱਕ ਨੈਗੇਟਿਵ ਤੇ ਦੂਜੀ ਪੋਜ਼ਿਟਿਵ। ਔਰ ਇਹਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਾਣੀ 'ਚ ਵੀ ਸਾਨੂੰ ਦੱਸਿਆ ਕਿ ਕਬਹੂ ਜੀੜਾ ਉਬ ਚੜ੍ਹਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾਂ ਭਾਲੇ। ਤੋ ਸਾਰੀ ਉਮਰ ਅਸੀਂ ਜੇਕਰ ਆਪਣੇ ਮੰਜ਼ਿਲੇ ਮਕਸੂਦ ਤੇ ਪਹੁੰਚਦੇ ਨਹੀਂ, ਜ਼ਿੰਦਗੀ ਦੀ ਜਿਹੜੀ ਸਾਨੂੰ ਇੱਕ ਟਾਰਗੇਟ ਦਿੱਤਾ, ਜਿੰਨਾ ਚਿਰ ਉਹਨੂੰ ਪ੍ਰਾਪਤ ਨਾ ਕੀਤਾ ਜਾਏ, ਜਿਹਨੂੰ ਆਪਾਂ ਅੱਗੇ ਜਾ ਕੇ ਵਿਚਾਰਾਂਗੇ ਸਹਿਜ ਜਿਹਨੂੰ ਕਹਿੰਦੇ ਨੇ, ਉਹਨਾਂ ਚਿਰ ਅਸੀਂ ਇਸ ਭਟਕਣਾ 'ਚ ਕਬੂ ਜਿਹੜਾ ਉਬ ਚੜ੍ਹਤ ਹੈ, ਕਬੂ ਜਾਏ ਪਿਆਲੇ, ਲੋਭੀ ਜਿਹੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾਂ ਭਾਲੇ। ਤੋ ਇਸ ਕਰਕੇ ਇਹ ਮਨ ਦੀ ਜਿਹੜੀ ਹੈ ਨਾ, ਨਫਸ ਤੇ ਰੂਹ, ਇਹ ਮਨ ਨੂੰ ਦੋਨੋਂ ਵਿਪਰੀਤ ਪਾਸੇ ਹਰ ਵੇਲੇ ਖਿੱਚਦੀਆਂ ਨੇ। ਔਰ ਇਹੀ ਕਾਰਨ ਹੈ ਕਿ ਅਸੀਂ ਸਭ ਕੁਝ ਕਰਦਿਆਂ ਵੀ ਸਾਡੀ ਭਟਕਣਾ ਮਨ ਦੀ ਖਤਮ ਨਹੀਂ ਹੁੰਦੀ। ਭਟਕਣਾ ਕਰਕੇ ਕਲੇਸ਼, ਕਦੀ ਕੁਛ ਕਦੀ ਕੁਛ। ਆਪੋ ਆਪਣੀ ਜ਼ਿੰਦਗੀ ਅੰਦਰ ਝਾਤੀ ਮਾਰੀਏ। ਜਿਹੜੇ ਲੋਕ ਪਰਮ ਅਵਸਥਾ ਤੇ ਪੁੱਜੇ ਨੇ, ਚੌਥੇ ਪਦ ਵਿੱਚ ਵਿਚਰਦੇ ਨੇ, ਸਹਿਜ ਅਵਸਥਾ 'ਚ ਵਿਚਰਦੇ ਨੇ, ਉਹਨਾਂ ਨੂੰ ਸਾਡਾ ਪ੍ਰਣਾਮ ਹੈ। ਬਾਕੀ ਆਮ ਸੰਸਾਰੀ ਲੋਕ ਮੇਰੇ ਵਰਗੇ ਜਿਹੜੇ ਨੇ, ਉਹ ਇੰਨੀ ਉਮਰ ਬੀਤਣ ਦੇ ਬਾਅਦ ਵੀ ਮਨ ਦੀ ਭਟਕਣਾ ਖਤਮ ਨਹੀਂ ਹੋਈ। ਤੋ ਇਹ ਜਿਹੜੀ ਮਨ ਦੀ ਭਟਕਣਾ ਕਿਉਂ ਨਹੀਂ ਖਤਮ ਹੁੰਦੀ, ਆਪਾਂ ਜਿਹੜੀ ਗੱਲ ਕਰ ਰਹੇ ਹਾਂ। ਤੋ ਜੇਕਰ ਸਾਡੀ ਆਤਮਾ ਉਹ ਸਦਾਚਾਰੀ ਗੁਣਾਂ ਵੱਲ ਪ੍ਰੇਰਿਤ ਰਵੇ, ਤੇ ਤਾਂ ਸਾਨੂੰ ਸਮਝ ਆਉਂਦੀ ਹੈ ਕਿ ਇਹ ਆਤਮਾ ਕੀ ਹੈ ਤੇ ਰੱਬ ਨਾਲ ਸਾਡੀ ਸਾਂਝ ਪੈ ਸਕਦੀ ਹੈ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਬਾਣੀ ਦੇ ਵਿੱਚ ਇੱਕ ਸ਼ਲੋਕ ਰਚਿਆ। ਸ਼ਲੋਕ ਦੇ ਬੋਲ ਨੇ ਕਿ ਆਤਮਾ ਦਿਓ ਪੂਜੀਐ, ਗੁਰ ਕੈ ਸਹਿਜ ਸੁਭਾਏ, ਆਤਮੇ ਨੂੰ ਆਤਮੇ ਦੀ ਪ੍ਰਤੀਤ ਹੋਏ ਤਾਂ ਘਰ ਹੀ ਪਰਚਾ ਪਾਏ। ਜਿਸ ਮਨੁੱਖ ਨੂੰ ਆਤਮਾ ਦੀ ਸਮਝ ਆ ਜਾਏ ਕਿ ਆਤਮਾ ਹੈ ਕੀ ਚੀਜ਼ ਹੈ, ਉਹਨੂੰ ਆਪਣੇ ਅੰਦਰ ਪਰਮਾਤਮਾ ਦੇ ਦਰਸ਼ਨ ਹੁੰਦੇ ਨੇ, ਟਿਕਾਅ ਹੁੰਦਾ ਹੈ। ਔਰ ਪਰ ਇਹਦੇ ਲਈ ਇੱਕ ਸ਼ਰਤ ਹੈ। ਉਹ ਸ਼ਰਤ ਇਹ ਹੈ ਕਿ ਜਿਗਿਆਸੂ ਨੂੰ ਪੂਰਨ ਭਰੋਸਾ ਹੋਣਾ ਚਾਹੀਦਾ, ਸਿਦਕ ਹੋਣਾ ਚਾਹੀਦਾ ਕਿ ਸੱਚਮੁੱਚ ਪਰਮਾਤਮਾ ਸਾਡੇ ਅੰਦਰ ਮੌਜੂਦ ਹੈ। ਤੁਸੀਂ ਦੇਖੋ ਨਾ, ਅਸੀਂ ਬਾਣੀ 'ਚ ਨਿਤ ਪੜ੍ਹਦੇ ਹਾਂ ਕਿ ਵਾਹਿਗੁਰੂ ਸਾਡੇ ਅੰਦਰ ਹੈ, ਵਾਹਿਗੁਰੂ ਸਾਡੇ ਅੰਦਰ ਹੈ। ਪਰ ਫਿਰ ਵੀ ਅੱਜ ਸਾਡੀ, ਆਪਾਂ ਬਾਕੀ ਗੱਲ ਛੱਡੀਏ ਦੁਨੀਆ ਦੀ, ਆਪਣੀ ਸਿੱਖ ਕੌਮ ਦੀ ਗੱਲ ਕਰਦੇ ਹਾਂ। ਅੱਜ ਵੀ ਸਿੱਖ ਕੌਮ ਦੀ ਬਹੁਤ ਗਿਣਤੀ ਜਿਹੜੀ ਹੈ ਇਸੇ ਗੱਲ ਬਾਰੇ ਭਟਕਦੀ ਹੈ। ਕੋਈ ਕਿਸੇ ਥਾਂ ਤੇ ਜਾਂਦਾ, ਕੋਈ ਕਿਸੇ ਥਾਂ ਤੇ ਜਾਂਦਾ ਕਿ ਮੈਨੂੰ ਮਨ ਦੀ ਸ਼ਾਂਤੀ ਪ੍ਰਾਪਤ ਹੋਵੇ, ਜਦ ਕਿ ਮਨ ਦੀ ਸ਼ਾਂਤੀ ਤਾਂ ਅੰਦਰ ਪਰਮਾਤਮਾ ਬੈਠਾ, ਉਹਨੇ ਦੇਣੀ ਹੈ। ਪਰ ਅਸੀਂ ਬਾਹਰ ਤੇ ਦੌੜਦੇ ਹਾਂ, ਅਸੀਂ ਅੰਦਰ ਨਹੀਂ ਦੌੜਦੇ। ਤੋ ਇਸ ਕਰਕੇ ਸਾਨੂੰ ਸੋਚਣਾ ਚਾਹੀਦਾ। ਹਾਂ, ਇੱਕ ਗੱਲ ਹੈ, ਜਿਹੜਾ ਮਨੁੱਖ ਸਦਾਚਾਰੀ ਗੁਣਾਂ ਦਾ ਮਾਲਕ ਹੈ, ਉਹਨੂੰ ਆਪਣੇ ਪਵਿੱਤਰ ਹਿਰਦੇ ਦੇ ਵਿੱਚ ਸਦਾ ਜਿਹੜਾ ਟਿਕਣ ਵਾਲਾ ਪਰਮਾਤਮਾ ਹੈ, ਉਹਦੇ ਅੰਦਰ ਟਿਕਦਾ, ਭਾਵ ਉਹਦਾ ਮਨ ਟਿਕ ਜਾਂਦਾ ਹੈ। ਉਹਨੂੰ ਇਸ ਗੱਲ ਤੇ ਯਕੀਨ ਹੋ ਜਾਂਦਾ ਹੈ ਕਿ ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ। ਔਰ ਬਾਣੀ 'ਚ ਹੋਰ ਵੀ ਐਸਾ ਵਿਚਾਰ ਆਉਂਦਾ ਹੈ ਕਿ ਜੇਕਰ ਸਾਡੇ ਮਨ ਦਾ ਭਾਂਡਾ ਸਾਫ਼ ਹੈ, ਮਨ ਦਾ ਭਾਂਡਾ ਸੁੱਚਾ ਹੈ, ਤਾਂ ਫਿਰ ਸਾਨੂੰ ਟਿਕਾਓ ਮਿਲੇਗਾ। ਸੂਚੇ ਭਾਂਡਾ ਸਾਚ ਸਮਾਵੈ, ਪਰ ਅਗੇ ਲਿਖਿਆ ਵਿਰਲੇ ਸੂਚਾਚਾਰੀ। ਪਰ ਇਹ ਸੁੱਚਾ ਭਾਂਡਾ ਰੱਖਣ ਵਾਲੇ ਬਹੁਤ ਵਿਰਲੇ ਨੇ। ਦੇਖੋ ਨਾ, ਆਪਾਂ ਕੋਸ਼ਿਸ਼ ਤੇ ਕਰਦੇ ਹਾਂ ਮਨ ਦਾ ਭਾਂਡਾ ਸਾਫ਼ ਕਰਨ ਲਈ, ਔਰ ਕਰਦੇ ਵੀ। ਕਈ ਵਾਰੀ ਕਈ ਦਿਨ, ਕਈ ਮਹੀਨੇ ਅਸੀਂ ਚੰਗੇ ਕਰਮ ਕਰਦੇ ਹਾਂ, ਅਚਾਨਕ ਮਨ ਜਿਹੜਾ ਫਿਰ ਫਿਸਲ ਜਾਂਦਾ। ਇਸ ਲਈ ਪਾਤਸ਼ਾਹ ਕਹਿੰਦੇ ਨੇ ਸੂਚੇ ਭਾਂਡਾ ਸਾਚ ਸਮਾਵੈ, ਸੂਚੇ ਵਿਰਲੇ ਸੂਚਾਚਾਰੀ, ਤੰਤੈ ਕੋ ਪਰਮ ਤੰਤ ਮਿਲਾਇਆ, ਨਾਨਕ ਸ਼ਰਨ ਤੁਮਾਰੀ। ਇਸ ਤਰ੍ਹਾਂ ਜੇਕਰ ਮਨ ਦਾ ਭਾਂਡਾ ਸੁੱਚਾ ਹੋਏਗਾ ਤੇ ਤੰਤ ਪਰਮ ਤੰਤ ਵਿੱਚ ਮਿਲ ਜਾਏਗਾ। ਤੰਤ ਤੋਂ ਭਾਵੇਂ ਆਤਮਾ ਤੇ ਪਰਮ ਤੰਤ ਤੋਂ ਭਾਵੇਂ ਪਰਮਾਤਮਾ। ਫਿਰ ਸਾਡੀ ਆਤਮਾ ਪਰਮਾਤਮਾ ਨਾਲ ਮਿਲ ਜਾਏਗੀ। ਜਿਸ ਵੇਲੇ ਆਤਮਾ ਤੇ ਪਰਮਾਤਮਾ ਦਾ ਮੇਲ ਹੁੰਦਾ ਨਾ, ਆਤਮਾ ਤੇ ਪਰਮਾਤਮਾ ਦਾ ਮੇਲ, ਆਪਾਂ ਇਹ ਧਾਰ ਲਈ ਕਿ ਉਹ ਹੈ ਟਿਕਾਓ ਦੀ ਅਵਸਥਾ। ਚਲੋ ਆਓ ਹੁਣ ਆਪਾਂ ਦੇਖਦੇ, ਕਿਉਂਕਿ ਅੱਜ ਆਤਮਾ ਦਾ ਵਿਸ਼ਾ ਚੱਲ ਰਿਹਾ ਤੇ ਆਤਮਾ ਦੀਆਂ ਕੁਝ ਵਿਸ਼ੇਸ਼ਤਾਵਾਂ ਜਿਹੜੀਆਂ ਨੇ ਉਹ ਆਪਾਂ ਸਾਂਝੀਆਂ ਕਰ ਲਈ। ਇਸ ਤਰ੍ਹਾਂ ਕਿ ਇੱਕ ਸ਼ਬਦ ਜਿਹੜਾ ਆਪਾਂ ਬੜੀ ਵਾਰੀ ਸੁਣਿਆ ਗੌਂਡ ਰਾਗ ਵਿੱਚ ਗੁਰੂ ਅਰਜਨ ਸਾਹਿਬ ਜੀ ਦਾ ਸ਼ਬਦ ਹੈ ਕਿ ਅਚਰਜ ਕਥਾ ਮਹਾ ਅਨੂਪ, ਪ੍ਰਾਤਮਾ ਪਾਰ ਬ੍ਰਹਮ ਕਾ ਰੂਪ। ਇੱਕ ਵਾਰੀ ਆਪਣੇ ਜਿਹੜਾ ਸਾਲਾਨਾ ਗੁਰਮਤਿ ਕੈਂਪ ਲੱਗਦਾ, ਉਸ ਕੈਂਪ ਵਿੱਚ ਵੀ ਇਸ ਸ਼ਬਦ ਦੀ ਵਿਆਖਿਆ ਹੋਈ ਹੈ। ਕਾਫੀ ਸਾਲ ਪਹਿਲੇ, 25-30 ਸਾਲ ਪਹਿਲੇ ਹੋ ਗਏ ਹੋਣਗੇ। ਤਾਂ ਇਹ ਸ਼ਬਦ ਜਿਹੜਾ ਹੈ, ਇਹ ਬੜਾ ਪਿਆਰਾ ਸ਼ਬਦ ਹੈ
ਜੇਕਰ ਆਤਮਾ ਦੀ ਗੱਲ ਕਰਨੀ ਹੋਵੇ ਤੇ ਇਸ ਇੱਕ ਸ਼ਬਦ ਚੋਂ ਹੀ ਸਾਨੂੰ ਆਤਮਾ ਦਾ ਪੂਰਨ ਗਿਆਨ ਲੱਭ ਪੈਂਦਾ ਹੈ। ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਕਿ ਅਚਰਜ ਕਥਾ ਮਹਾ ਅਨੂਪ ਆਤਮਾ ਖਿਮਾ ਕਰਨਾ ਪ੍ਰਾਤਮਾ ਪਾਰ ਬ੍ਰਹਮ ਕਰੋ। ਪ੍ਰਾਤਮਾ ਦਾ ਮਤਲਬ ਪਰ ਆਤਮਾ, ਆਤਮਾ ਜਿਹੜੀ ਤੇ ਪਰਮਾਤਮਾ, ਪ੍ਰਾਤਮਾ ਪਾਰ ਬ੍ਰਹਮ ਕਾ ਰੂਪ। ਇਹ ਜਿਹੜੀ ਸਾਡੀ ਆਤਮਾ ਹੈ ਨਾ, ਇਹ ਪਰਮਾਤਮਾ ਦਾ ਹੀ ਸੂਖਸ਼ਮ ਰੂਪ ਹੈ। ਇਹ ਆਤਮਾ ਦੀ ਪਹਿਲੀ ਵਿਸ਼ੇਸ਼ਤਾ ਇਹ ਹੈ ਕਿ ਆਤਮਾ ਕੀ ਹੈ? ਇਹ ਪਰਮਾਤਮਾ ਦਾ ਹੀ ਸੂਖਸ਼ਮ ਰੂਪ ਹੈ। ਤੇ ਦੂਜੀ ਖਸਲਤ ਆਤਮਾ ਦੀ ਇਹ ਹੈ ਕਿ ਕਦੀ ਵੀ ਬਦਲਦੀ ਨਹੀਂ। ਦੇਖੋ ਸਾਡਾ ਜਿਹੜਾ ਸਰੀਰ ਹੈ ਨਾ, ਇਹ ਹਰ ਪਲ ਬਦਲਦਾ ਹੈ। ਸਾਨੂੰ ਮਹਿਸੂਸ ਹੋਵੇ ਜਾਂ ਨਾ ਹੋਵੇ, ਪਰ ਸਾਡਾ ਸਰੀਰ ਹਰ ਪਲ ਬਦਲਦਾ ਹੈ। ਪਿੱਛੇ ਸਰੀਰ ਦੇ ਜਿਸ ਵੇਲੇ ਆਪਾਂ ਗੱਲ ਕਰ ਰਹੇ ਸੀ, ਉਹਦੇ 'ਚ ਜ਼ਿਕਰ ਆਇਆ ਸੀਗਾ ਕਿ ਜੇਕਰ ਅਸੀਂ ਆਪਣੇ ਭੈਣ ਭਰਾ ਨੂੰ, ਦੋਸਤ ਮਿੱਤਰ ਨੂੰ 20-25 ਸਾਲ ਬਾਅਦ ਮਿਲੀਏ ਤੇ ਇਸ ਕਹਿੰਦੇ ਲੈ ਵੀ ਤੂੰ ਤੇ ਬੜਾ ਬਦਲ ਗਿਆ। ਤੇ ਮੈਂ ਕਿਹਾ ਸੀ ਬਾਕੀ ਗੱਲ ਛੱਡੋ, ਸੀ ਆਪਣੀ ਬਚਪਨ ਦੀ ਕੋਈ ਤਸਵੀਰ ਪਈ ਹੋਵੇ ਲੱਭ ਕੇ ਦੇਖਣਾ, ਫਿਰ ਜਵਾਨੀ ਦੀ ਦੇਖਣਾ ਜਿਹੜੇ ਮੇਰੀ ਉਮਰ ਵਾਲੇ ਨੇ, ਤੇ ਫਿਰ ਤੇ ਪਤਾ ਲੱਗੇਗਾ ਵੀ ਇਹ ਤੇ ਸਭ ਕੁਝ ਹੀ ਬਦਲ ਗਿਆ, ਬਹੁਤ ਕੁਝ ਬਦਲ ਗਿਆ। ਹੁਣ ਜਿਹੜੇ ਲੋਕ ਮੈਨੂੰ 25-30 ਸਾਲ ਪਹਿਲੇ ਮਿਲੇ ਹੋਣਗੇ, ਅੱਜ ਅਗਰ ਮਿਲਣਗੇ ਤੇ ਉਹਨਾਂ ਨੂੰ ਇੱਕ ਵਾਰੀ ਤੇ ਪਹਿਚਾਣਨ 'ਚ ਹੀ ਹੋ ਸਕਦਾ ਦਿੱਕਤ ਆ ਜਾਏ ਵੀ ਇਹ ਭਾਈ ਰਾਜਾ ਸਿੰਘ ਉਹੀ ਹੈ। ਸਰੀਰ ਸਾਡਾ ਬਦਲਦਾ ਰਹਿੰਦਾ ਹੈ, ਬਚਪਨ ਤੋਂ ਜਵਾਨੀ, ਜਵਾਨੀ ਤੋਂ ਬੁਢੇਪਾ, ਬੁਢੇਪੇ ਦੀਆਂ ਨਿਸ਼ਾਨੀਆਂ। ਪਰ ਜਿਹੜੀ ਆਤਮਾ ਹੈ ਨਾ ਸਾਧ ਸੰਗਤ, ਇਹ ਕਦੀ ਵੀ ਬਦਲਦੀ ਨਹੀਂ। ਔਰ ਮਹਾਰਾਜ ਨੇ ਬਾਣੀ 'ਚ ਲਿਖਿਆ, ਇਸੇ ਜਿਹੜੇ ਸ਼ਲੋਕ ਦੀ ਆਪਾਂ ਸ਼ਬਦ ਦੀ ਗੱਲ ਕਰ ਰਹੇ ਹਾਂ ਗੌਣ ਰਾਗ ਦੀ, ਉਹ ਕਹਿੰਦੇ ਨਾ ਇਹ ਬੁੱਢਾ ਨਾ ਇਹ ਬਾਲਾ ਨਾ ਇਸ ਦੁੱਖ ਨਹੀਂ ਜਮ जाला। ਇਹ ਨਾ ਤੇ ਬੁੱਢਾ ਹੁੰਦਾ, ਜਿਹੜੀ ਆਤਮਾ ਜਿਹੜੀ ਹੈ ਨਾ ਬੁੱਢੀ ਹੁੰਦੀ ਹੈ, ਤੇ ਬਾਲਾ ਮੈਨੇ ਬਾਲਕ। ਜਿਵੇਂ ਸਾਡਾ ਸਰੀਰ ਕਦੀ ਬਾਲਕ ਸੀ, ਬਾਲਕ ਤੇ ਬਿਰਧ ਪਿਆ, ਹੋਣਾ ਸੋ ਹੋਇਆ। ਪਰੰਤੂ ਜਿਹੜੀ ਆਤਮਾ ਨਾ, ਇਹ ਨਾ ਬਾਲਕ ਤੇ ਨਾ ਬਿਰਧ, ਇਹ ਹਮੇਸ਼ਾ ਇੱਕ ਸਾਰ ਰਹਿੰਦੀ ਹੈ। ਤੇ ਤੀਜੀ ਖਸਲਤ ਇਹ ਹੈ ਕਿ ਸਰੀਰ ਤਾਂ ਸਾਡਾ ਦੁੱਖ ਸੁੱਖ, ਕਦੀ ਦੁੱਖ ਹੈ ਕਦੀ ਸੁੱਖ ਹੈ, ਕਦੀ ਸਿਰ ਦੁੱਖ ਜਾਂਦਾ ਹੈ ਕਦੀ ਢਿੱਡ ਦੁੱਖ ਜਾਂਦਾ ਹੈ। ਪਰ ਜਿਹੜੀ ਆਤਮਾ ਹੈ ਨਾ, ਇਹ ਦੁੱਖ ਸੁੱਖ ਤੋਂ ਉੱਤੇ ਹੈ। ਇਹਨੂੰ ਨਾ ਤੇ ਕੋਈ ਦੁੱਖ ਸਤਾਉਂਦਾ ਹੈ, ਤੇ ਧਿਆਨ ਦੇਣਾ ਸਾਡੇ ਸਰੀਰ ਨੂੰ ਸਭ ਤੋਂ ਵੱਡਾ ਅਗਰ ਕੋਈ ਖਤਰਾ ਹੈ, ਦੁੱਖ ਹੈ, ਤੇ ਉਹ ਹੈ ਮੌਤ ਦਾ ਦੁੱਖ। ਬੰਦਾ ਬਾਰੀ ਜਿੱਕੇ ਮੌਤ ਦੀ ਗੱਲ ਆਵੇ ਨਾ, ਤੇ ਬਾਕੀ ਜਿਹੜੇ ਮਾੜੇ ਮੋਟੇ ਦੁੱਖ ਨੇ ਨਾ, ਢਿੱਡ ਦੁਖਦਾ ਜੀ, ਸਿਰ ਦੁਖਦਾ ਜੀ, ਲੱਤਾਂ ਦੁਖਦੀਆਂ, ਉਹ ਸਭ ਭੁੱਲ ਜਾਂਦੀਆਂ। ਮੌਤ ਦਾ ਦੁੱਖ ਸਭ ਤੋਂ ਵੱਡਾ ਦੁੱਖ ਹੈ। ਪਰ ਜਿਹੜੀ ਆਤਮਾ ਹੈ ਨਾ, ਇਹਨੂੰ ਮੌਤ ਦਾ ਦੁੱਖ ਵੀ ਕੋਈ ਨਹੀਂ, ਕਿਉਂਕਿ ਉਹਦਾ ਕਾਰਨ ਇਹ ਹੈ ਕਿ ਆਤਮਾ ਜਿਹੜੀ ਹੈ ਉਹ ਤਾਂ ਮਰਦੀ ਨਹੀਂ। ਤਾਂ ਜਿਸ ਤਰ੍ਹਾਂ ਰੁੱਤਾਂ ਦੇ ਬਦਲਣ ਦੇ ਨਾਲ ਸਾਡੇ ਸਰੀਰ ਤੇ ਅਸਰ ਪੈਂਦਾ ਹੈ, ਅਸੀਂ ਕਹਿੰਦੇ ਹਾਏ ਜੀ ਠੰਡ ਆ ਗਈ ਜੀ, ਹੁਣ ਗਰਮੀ ਆ ਗਈ ਜੀ, ਹੁਣ ਫਲਾਣਾ ਆ ਗਿਆ ਜੀ। ਆਤਮਾ ਨੂੰ ਇਹਦਾ ਕੋਈ ਅਸਰ ਨਹੀਂ, ਨਾ ਇਸ ਉਸਨ, ਨਹੀਂ ਇਸ ਸੀਤ, ਨਾ ਇਹਨੂੰ ਗਰਮੀ ਲੱਗਦੀ ਹੈ ਨਾ ਇਹਨੂੰ ਠੰਡ ਲੱਗਦੀ ਹੈ। ਮੈਂ ਆਤਮਾ ਦੀ ਖਸਲਤਾਂ ਦੀ ਗੱਲ ਕਰ ਰਿਹਾ, ਵਿਸ਼ੇਸ਼ਤਾਵਾਂ ਦੀ। ਨਾ ਇਸ ਦੁਸ਼ਮਣ ਨਾ ਇਸ ਮੀਤ। ਆਤਮਾ ਦਾ ਕੋਈ ਦੁਸ਼ਮਣ ਨਹੀਂ ਹੈ, ਤੇ ਖਿਆਲ ਕਰਨਾ ਆਤਮਾ ਦਾ ਕੋਈ ਮਿੱਤਰ ਵੀ ਨਹੀਂ ਹੈ। ਆਤਮਾ ਕਿਉਂਕਿ ਪਰਮਾਤਮਾ ਦੀ ਅੰਸ਼ ਹੈ, ਪਰਮਾਤਮਾ ਤੇ ਸਭ ਲਈ ਇੱਕੋ ਜਿਹੀ ਹੈ। ਇਸ ਲਈ ਨਾ ਇਸ ਉਸਨ, ਨਾ ਇਸ ਸੀਤ, ਨਾ ਇਸ ਦੁਸ਼ਮਣ, ਨਾ ਇਸ ਮੀਤ, ਨਾ ਇਸ ਹਰਖ, ਨਾ ਹੀ ਇਸ ਸੋਗ, ਸਭ ਕੁਛ ਇਸ ਕਾ ਇੱਕ ਕਰਨੇ ਜੋਗ। ਦੇਖੋ ਆਪਾਂ ਹੁਣੇ ਗੱਲ ਕਰ ਰਹੇ ਸੀ ਆਤਮਾ ਦੀ ਖਸਲਤ, ਕਿ ਸਰੀਰ ਤਾਂ ਇੱਕ ਦਿਨ ਖਤਮ ਹੋ ਜਾਂਦਾ ਹੈ, ਜੋ ਉਪਜਿਓ ਸੋ ਬਿਨਸੈ, ਪਰ ਉਹ ਆਜ ਕਹਿ ਗਾਲ, ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ। ਪਰ ਆਤਮਾ ਨੇ ਕਦੀ ਖਤਮ ਨਹੀਂ ਹੋਣਾ। ਔਰ ਗੌੜੀ ਰਾਗ ਵਿੱਚ ਗੁਰੂ ਸਾਹਿਬ ਜੀ ਦਾ ਫਰਮਾਨ ਹੈ ਆਤਮਾ ਬਾਰੇ ਕਿ ਸਰੀਰ ਤਾਂ ਖਤਮ ਹੋ ਜਾਂਦਾ ਹੈ, ਆਤਮਾ ਨਹੀਂ ਹੁੰਦੀ। ਮੇਰਾ ਮੇਰਾ ਕਰ ਬਿਲਾਹੀ, ਮਰਨ ਹਾਰ ਇਹ ਜੀੜਾ ਨਹੀਂ। ਇਹ ਜਿਹੜੀ ਸਾਡੀ ਆਤਮਾ ਨੇ ਕਦੀ ਵੀ ਨਹੀਂ ਮਰਦੀ। ਤਾਂ ਪੰਜਵੀਂ ਖਸਲਤ ਸਾਧ ਸੰਗਤ ਇਹ ਹੈ ਕਿ ਸਾਡੀ ਹਉਮੈ ਕਰਕੇ ਸਾਨੂੰ ਦਿਸੇ ਜਾਂ ਨਾ ਦਿਸੇ, ਪਰ ਆਤਮਾ ਹੈ ਬਹੁਤ ਨੇੜੇ। ਦਿਸਣ ਤੋਂ ਭਾਵ ਇਹ ਹੈ ਕਿ ਫਿਜ਼ੀਕਲ ਦਿਸਣਾ ਨਹੀਂ ਹੈ, ਮਹਿਸੂਸ ਹੋਣਾ, ਕਿਉਂਕਿ ਆਤਮਾ ਤਾਂ ਸੂਖਸ਼ਮ ਹੈ, ਇਹ ਦਿਸਦੀ ਨਹੀਂ ਹੈ, ਇਹ ਨਿਰਗੁਣ ਸਰੂਪ ਹੈ। ਪਰ ਦਿਸਣ ਤੋਂ ਭਾਵ ਇਹ ਹੈ ਕਿ ਮਹਿਸੂਸ ਹੋਣਾ। ਸਾਨੂੰ ਮਹਿਸੂਸ ਹੋਵੇ ਜਾਂ ਨਾ ਹੋਵੇ, ਪਰ ਆਤਮਾ ਸਾਡੇ ਬਹੁਤ ਨੇੜੇ ਹੈ, ਬਹੁਤ ਨੇੜੇ ਹੈ। ਦੇਖੋ ਹੈਰਾਨੀ ਦੀ ਗੱਲ ਇਹ ਹੈ ਕਿ ਬਹੁਤ ਨੇੜੇ ਹੈ ਤੇ ਸਾਨੂੰ ਤਾਂ ਵੀ ਮਹਿਸੂਸ ਨਹੀਂ ਹੁੰਦੀ ਆਮ ਮਨੁੱਖ ਨੂੰ। ਜਿਨ੍ਹਾਂ ਨੂੰ ਹੁੰਦੀ, ਮੈਂ ਪਹਿਲੇ ਬੇਨਤੀ ਕਰਦੇ ਹਾਂ, ਕਿਉਂਕਿ ਸਾਰੇ ਮਨੁੱਖ ਇੱਕੋ ਜਿਹੇ ਨਹੀਂ। ਦੁਨੀਆ 'ਚ ਬਹੁਤ ਮਹਾਂਪੁਰਖ ਬੈਠੇ ਨੇ, ਬੜੇ ਬੜੇ ਬ੍ਰਹਮ ਗਿਆਨ ਵਾਲੇ, ਬ੍ਰਹਮ ਗਿਆਨ ਦੀ ਅਵਸਥਾ 'ਚ ਪਹੁੰਚੇ, ਭਾਵ ਜਿਨ੍ਹਾਂ ਨੇ ਬਹੁਤ ਆਤਮਿਕ ਤੌਰ ਤੇ ਚਾਨਣ ਹੈ, ਜਿਹੜੇ ਸਪਿਰਿਚੁਅਲਿਟੀ 'ਚ ਬਹੁਤ ਹਾਈ ਨੇ, ਉਹਨਾਂ ਦੀ ਗੱਲ ਨਹੀਂ। ਆਮ ਮਨੁੱਖਾਂ ਨੂੰ ਆਤਮਾ ਜਿਹੜੀ ਹੈ ਅੰਦਰ ਹੈ, ਪਰ ਇਹਦਾ ਭੇਦ ਨਹੀਂ ਦਿਸਦਾ, ਪਤਾ ਨਹੀਂ ਲੱਗਦਾ, ਮਹਿਸੂਸ ਨਹੀਂ ਹੁੰਦੀ ਕਿੰਨੀ ਕੁ ਨੇੜੇ ਆ।
ਇਹ ਸਾਨੂੰ ਬਾਣੀ ਦੱਸੀ ਕਿੰਨੀ ਕੁ ਨੇੜੇ ਹੈ। ਗੁਰੂ ਅਰਜਨ ਸਾਹਿਬ ਜੀ ਨਾ ਇੱਕ ਸ਼ਬਦ ਵਿੱਚ ਬਹੁਤ ਸਾਫ ਸੁੰਦਰ ਗੱਲ ਕਹੀ ਹੈ ਕਿ ਹੋਂ ਭੀਤ ਪਿਓ ਹੈ ਵਿੱਚੋ ਸੁਨਤ ਦੇਸ ਨਿਕਟਾਇਓ। ਉਹ ਕਹਿੰਦੇ ਨੇ ਕਿੰਨੀ ਕੁ ਦੂਰ ਹੈ, ਕਹਿੰਦੇ ਨੇ ਭਾਂਬੀ ਦੀ ਕਹਿ ਪਾਤ ਪਰਦੋ ਬਿਨ ਪੇਖੇ ਦੂਰਾਇਓ। ਅਸੀਂ ਨਾ ਦੇਖੀਏ ਤੇ ਸਾਡੇ ਜੇਬ 'ਚ ਪਈ ਚੀਜ਼ ਵੀ ਸਾਡੇ ਲਈ ਕੋਈ ਨਹੀਂ ਹੈਗੀ। ਇਸੇ ਤਰ੍ਹਾਂ ਜਿਹੜੀ ਆਤਮਾ ਹੈ ਨਾ, ਇਹ ਸਾਡੇ ਕੋਲ ਕਿੰਨੀ ਕੁ ਦੂਰ ਹੈ। ਕਹਿੰਦੇ ਜਿਵੇਂ ਤਿਤਲੀ ਦਾ ਖੰਭ ਹੁੰਦਾ ਨਾ, ਤੁਸੀਂ ਦੇਖੋ ਤਿਤਲੀ ਦਾ ਖੰਭ ਕਿੰਨਾ ਪਤਲਾ ਹੁੰਦਾ। ਤਿਤਲੀ ਦਾ ਖੰਭ ਜਿਹੜਾ ਹੈ ਉਹਨਾਂ ਕੁ ਪਤਲੀ, ਬਸ ਉਨੀ ਕੁ ਵਿੱਚ ਸਾਡੀ ਦੀਵਾਰ ਹੈ। ਉਧਰ ਆਤਮਾ ਬੈਠੀ ਹੈ, ਪਰ ਅਸੀਂ ਉਹਨੂੰ ਸਾਰੀ ਉਮਰ ਨਹੀਂ ਲੱਭ ਸਕਦੇ, ਕਿਉਂਕਿ ਅੱਜ ਆਤਮਾ ਦਾ ਵਿਸ਼ਾ ਚੱਲ ਰਿਹਾ ਸਾਧ ਸੰਗਤ। ਅਸੀਂ ਆਪਣੇ ਅੰਦਰ ਇਹ ਝਾਤੀ ਮਾਰਨੀ ਹੈ ਕਿ ਆਤਮਾ ਦੇ ਦਰਸ਼ਨ ਕਿਵੇਂ ਹੋਣ। ਲਓ ਜੀ, ਕੁਝ ਗੱਲਾਂ ਹੋਰ ਆਤਮਾ ਬਾਰੇ। ਆਤਮਾ ਤੇ ਜੀਵ ਦਾ ਸੰਬੰਧ ਕੀ ਹੈ? ਅਸੀਂ ਕੇਵਲ ਲਫ਼ਜ਼ ਜੀਵਾਤਮਾ ਵਰਤਦੇ ਹਾਂ, ਇਹਦੇ ਨਾਲ ਆਤਮਾ ਤੇ ਜੀਵ ਦਾ ਕੀ ਸੰਬੰਧ ਹੈ? ਜੀਵ ਆਤਮਾ ਕਿਵੇਂ ਬਣਦੀ ਹੈ ਤੇ ਆਤਮਾ ਤੇ ਜੀਵਾਤਮਾ 'ਚ ਕਿੰਨਾ ਕੁ ਫਰਕ ਹੈ? ਸਾਧ ਸੰਗਤ, ਆਪਾਂ ਉੱਪਰ ਇੱਕ ਗੱਲ ਪੜ੍ਹ ਕੇ ਆਏ ਸੀ, ਨਫਸ ਤੇ ਰੂਹ ਦੀ, ਨੈਗੇਟਿਵ ਤੇ ਪੋਜ਼ਿਟਿਵ ਥਿੰਕਿੰਗ। ਜੇ ਤਾਂ ਸਾਡੀ ਆਤਮਾ ਜਿਹੜੀ ਕਿਉਂਕਿ ਸੂਖਸ਼ਮ ਹੈ, ਜੇਕਰ ਇਹ ਸਰੀਰ ਵੱਲ ਇਹਦਾ ਝੁਕਾਅ ਜ਼ਿਆਦਾ ਹੋ ਜਾਏ। ਅੱਛਾ ਦੇਖੋ, ਸਰੀਰ ਵੱਲ ਝੁਕਾਅ ਕੀ ਹੁੰਦਾ, ਇਹ ਵੀ ਧਿਆਨ ਦੇਣਾ। ਸਰੀਰ ਬੜਾ ਚਲਾਕ ਹੈ। ਤੁਸੀਂ ਆਖੋਗੇ ਜਦ ਮਨ ਦੀ ਗੱਲ ਕੀਤੀ, ਤੂੰ ਕਿਹਾ ਸੀ ਮਨ ਬੜਾ ਚਲਾਕ ਹੈ, ਸਰੀਰ ਨੂੰ ਭਟਕਾਉਂਦਾ। ਪਰ ਸਰੀਰ ਵੀ ਬੜਾ ਚਲਾਕ ਹੈ, ਕਿਉਂਕਿ ਸਰੀਰ ਜਿਹੜੀ ਆਤਮਾ ਹੈ ਨਾ, ਇਹਨੂੰ ਆਪਣੇ ਵੱਲ ਖਿੱਚਦਾ, ਕਿਉਂਕਿ ਸਰੀਰ ਦਾ ਸੰਬੰਧ ਜ਼ਿਆਦਾ ਸੰਸਾਰ ਦੇ ਨਾਲ ਹੈ, ਕਿਉਂਕਿ ਪ੍ਰਗਟ ਹੈ ਸੰਸਾਰ ਦੇ ਵਿੱਚ। ਸਰੀਰ ਨਾਲ ਅਸੀਂ ਦੇਖਦੇ ਹਾਂ, ਸੁਣਦੇ ਹਾਂ, ਕਰਦੇ ਹਾਂ, ਖਾਂਦੇ ਹਾਂ, ਪੀਂਦੇ, ਕਈ ਕੁਝ ਕਰਦੇ ਹਾਂ, ਤੇ ਇਹਦਾ ਸੰਬੰਧ ਸੰਸਾਰ ਦੇ ਨਾਲ ਹੈ ਸਰੀਰ ਦਾ। ਆਤਮਾ ਜਿਹੜੀ ਨਿਰੰਕਾਰ ਦੀ ਪਰਮਾਤਮਾ ਦੇ ਨਿਰੰਕਾਰ ਦੀ ਸੂਖਸ਼ਮ ਜੋਤ ਹੈ, ਉਹਦਾ ਸੰਬੰਧ ਉਹਦੇ ਨਾਲ ਹੈ। ਪਰ ਇਹ ਸਰੀਰ ਏਡਾ ਚਲਾਕ ਹੈ, ਆਤਮਾ ਨੂੰ ਵੀ ਆਪਣੇ ਵੱਲ ਖਿੱਚ ਲੈਂਦਾ। ਤੇ ਜਿਸ ਵੇਲੇ ਆਤਮਾ ਦਾ ਝੁਕਾਅ ਜੀਵ ਵੱਲ ਹੋਵੇ ਤਾਂ ਉਹਨੂੰ ਕਹਿੰਦੇ ਨੇ ਇਹ ਜੀਵਾਤਮਾ ਹੈ। ਫਿਰ ਇਹ ਕੀ ਹੈ, ਉਹ ਕਿਉਂ ਆਉਂਦੀ ਅਵਸਥਾ? ਫਿਰ ਆਤਮਾ ਜਿਹੜੀ ਹੈ ਤੇ ਰੱਬ ਦਾ ਰੂਪ ਹੈ, ਰੱਬ ਦਾ ਹਿੱਸਾ ਹੈ। ਪਰ ਜਿਸ ਵੇਲੇ ਇਹਦਾ ਸੰਸਾਰਕ ਝੁਕਾਅ ਆਉਂਦਾ ਨਾ, ਇਹ ਆਪਣੀ ਵੱਖਰੀ ਹੋਂਦ ਸਮਝਣੀ ਸ਼ੁਰੂ ਕਰ ਦਿੰਦੀ। ਇਹਨੂੰ ਸਮਝਣਾ ਹੋਵੇ ਤਾਂ ਸਾਧ ਸੰਗਤ ਬੜਾ ਸੌਖੇ ਗੱਲ ਹੈ। ਆਪਾਂ ਰੋਜ਼ ਜਪਜੀ ਸਾਹਿਬ 'ਚ ਪੜ੍ਹਦੇ ਹਾਂ, ਉਹਦੇ 'ਚ ਕੀ ਹੁੰਦਾ? ਜਪਜੀ ਸਾਹਿਬ ਦੇ ਵਿੱਚ ਆਪਾਂ ਸ਼ੁਰੂ ਦੀਆਂ ਪੌੜੀਆਂ 'ਚ ਆ ਜਾਂਦਾ ਕਿ ਵਾਹਿਗੁਰੂ ਔਰ ਸਾਡੇ ਵਿੱਚ ਦੀਵਾਰ ਕਾਹਦੀ ਹੈ? ਹੁਕਮ ਕਰਕੇ ਖਿਮਾ ਕਰ, ਅਹੰਕਾਰ ਕਰਕੇ ਸਾਨੂੰ ਵਾਹਿਗੁਰੂ ਨਹੀਂ ਦਿਸਦਾ। ਬਸ ਇਸੇ ਤਰ੍ਹਾਂ ਜਿਹੜੀ ਜੀਵਾਤਮਾ ਹੈ, ਜਿਹੜੀ ਆਤਮਾ ਹੈ, ਜਿਸ ਵੇਲੇ ਸਰੀਰ ਵੱਲ ਜ਼ਿਆਦਾ ਝੁਕ ਜਾਂਦੀ ਹੈ ਸਰੀਰ, ਤਾਂ ਫਿਰ ਇਹ ਕੀ ਹੈ? ਫਿਰ ਇਹ ਆਪਣੀ ਇੰਝ ਸਮਝਦੀ ਹੈ ਵੀ ਮੇਰੀ ਵੱਖਰੀ ਹੁੰਦਾ। ਹੋਮੇ ਹੁੰਦੀ ਕੀ ਹੈ? ਹੋਮੇ ਦਾ ਮਤਲਬ ਹੀ ਹੈ ਕਿ ਹੋ ਮੈਂ ਵੀ ਕੁਛ ਹਾਂ, ਹਾਲਾਂਕਿ ਸਭ ਕੁਝ ਵਾਹਿਗੁਰੂ ਕਰਦਾ। ਕਰਨ ਕਰਾਵਨ ਹਾਰ ਸੁਆਮੀ, ਸਗਲ ਘਟਨਾ ਅੰਤਰਜਾਮੀ, ਆਪਾਂ ਪੜ੍ਹਦੇ ਹਾਂ, ਸਭ ਕੁਝ ਵਾਹਿਗੁਰੂ ਕਰਨ ਕਾਰਨ ਸਮਰੱਥ ਹੈ। ਪਰ ਫਿਰ ਵੀ ਬੰਦਾ ਕਹਿੰਦਾ ਨਹੀਂ ਜੀ ਮੈਂ ਕੀਤਾ। ਹਾਲਾਂਕਿ ਜੇ ਆਪਾਂ ਨੂੰ ਪ੍ਰੈਕਟਾਈਜ਼ ਕਰੀਏ, ਮੇਰਾ ਖਿਆਲ ਹੈ ਸਾਡੇ ਵਰਗੇ ਦੁਨੀਆਦਾਰ ਨੂੰ ਬੜਾ ਔਖਾ ਹੈ ਵੀ ਅਸੀਂ ਮੈਂ ਲਫ਼ਜ਼ ਦੀ ਵਰਤੋਂ ਨਾ ਕਰੀਏ। ਅਸੀਂ ਕਹਿੰਦੇ ਮੈਂ ਕੀਤਾ, ਮੈਂ ਦੱਸਿਆ, ਮੈਂ ਪੜ੍ਹਾਇਆ, ਮੈਂ ਕਥਾ ਕੀਤੀ, ਮੈਂ ਲੈਕਚਰ ਕੀਤਾ। ਉਹ ਭਲਿਆ ਤੂੰ ਕੀ ਕਰ ਸਕਦਾ? ਤੇਰੇ ਪੱਲੇ ਹੈ ਕੀ ਹੈ? ਮੈਂ ਬੋਲਦਾ ਪਿਆ, ਹੁਣੇ ਮੇਰੀ ਫੂਕ ਨਿਕਲ ਜਾਏ ਤੇ ਮੇਰੀ ਮੈਂ ਕਿੱਥੇ ਚੱਲ ਜਾਏਗੀ? ਇਹ ਜਿਹੜੀ ਮੈਂ ਹੈ ਨਾ, ਬੰਦਾ ਕਹਿੰਦਾ ਮੈਂ ਕੀਤਾ, ਨੋ, ਬੰਦਾ ਕੁਛ ਨਹੀਂ ਕਰਦਾ। ਅਸੀਂ ਸੋਚਦਾ ਜੀ ਅੱਜ ਦੀ ਤਰੀਕ ਮੈਂ ਕੰਮ ਕੀਤਾ, ਨੋ, ਤੈਨੂੰ ਵਾਹਿਗੁਰੂ ਜੀ ਨੇ ਜਿਸ ਵੇਲੇ ਹੁਕਮ ਕਰਨਾ ਉਸ ਵੇਲੇ ਕੰਮ ਹੋਣਾ, ਉਸ ਤੋਂ ਬਗੈਰ ਨਹੀਂ ਹੋ ਸਕਦਾ। ਤੋ ਇਸ ਕਰਕੇ ਜਿਸ ਵੇਲੇ ਅਸੀਂ ਆਪਣੀ ਹੋਂਦ ਵੱਖਰੀ ਸਮਝਦੇ ਆ ਵੀ ਮੈਂ ਵੀ ਕੁਝ ਕਰਦਾ, ਇਸੇ ਤਰ੍ਹਾਂ ਆਤਮਾ ਨੂੰ ਜਿਸ ਵੇਲੇ ਸੰਬੰਧ ਆਉਂਦਾ, ਉਹਦੇ ਖਿਆਲ ਆ ਜਾਂਦਾ ਕਿ ਮੈਂ ਵੀ ਕੁਝ ਕਰਦੀ ਹਾਂ, ਉਹ ਫਿਰ ਆਤਮਾ ਨਾਲ ਰਹਿ ਕੇ ਜੀਵਾਤਮਾ ਹੋ ਜਾਂਦੀ, ਉਹਦਾ ਝੁਕਾਅ ਇੱਧਰ ਹੋ ਜਾਂਦਾ। ਤੇ ਅਗਲਾ ਜਿਹੜਾ ਪੁਆਇੰਟ ਹੈ ਸਾਧ ਸੰਗਤ, ਉਹ ਸਮਝਣ ਵਾਲਾ ਇਹ ਹੈ ਕਿ ਆਤਮਾ ਤੇ ਸਰੀਰ ਦਾ ਕੀ ਸੰਬੰਧ ਹੈ। ਦੇਖੋ ਗੁਰਬਾਣੀ ਵਿੱਚ ਨਾ ਇਹ ਸ਼ਬਦ ਬੜਾ ਲੰਬਾ ਹੈ, ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ 1073 ਪੰਨੇ ਤੇ ਹੈ, ਔਰ ਇਸ ਸ਼ਬਦ ਦਾ ਕਈ ਵਾਰੀ ਕੀਰਤਨ ਵੀ ਹੋਇਆ। ਆਪਣੇ ਜਿਸ ਵੇਲੇ ਮੈਂ ਬੇਨਤੀ ਹੁਣੇ ਜਿਵੇਂ ਕਰ ਰਿਹਾ ਸਾਂ, ਜਿਹੜੇ ਸਾਡੇ ਮਿਸ਼ਨਰੀ ਕਾਲਜ ਦਾ ਸਾਲਾਨਾ ਸਮਾਗਮ ਹੁੰਦਾ ਹੈ, ਉਹਦੇ 'ਚ ਇਹ ਸ਼ਬਦ 2-4 ਵਾਰੀ ਇਸ ਸ਼ਬਦ ਨੂੰ ਪੜ੍ਹਿਆ ਗਿਆ ਕਿ ਧਨ ਕਹਿ ਤੂੰ ਵਸ ਮੈਂ ਨਾਲੇ, ਫਿਰ ਸੁਖਵਾਸੀ ਬਾਲ ਗੋਪਾਲੇ, ਤੇਜਾ ਬਿਨਾ ਹੋ ਕਿਤੇ ਹੀ ਨਾ ਲੇਖੈ, ਵਚਨ ਦੇ ਛੋੜ ਨਾ ਜਾਸਾ ਹੈ। ਉਹ ਜਿਹੜਾ ਸ਼ਬਦ ਲੰਬਾ ਸਾਧ ਸੰਗਤ, ਮੈਂ ਇਸ ਕਰਕੇ ਸੰਖੇਪ ਤੌਰ ਤੇ ਉਹਦਾ ਭਾਵ ਦੱਸਦਾ। ਉਸ ਸ਼ਬਦ ਵਿੱਚ ਗੁਰੂ ਅਰਜਨ ਸਾਹਿਬ ਜੀ ਦੱਸਦੇ ਨੇ ਕਿ ਆਤਮਾ ਦਾ ਸਰੀਰ ਨਾਲ ਕੀ ਸੰਬੰਧ ਹੈ। ਆਤਮਾ ਮਾਲਕ ਹੈ, ਪਤੀ ਹੈ,
ਤੇ ਸਰੀਰ ਉਹਦੀ ਪਤਨੀ ਹੈ। ਸਰੀਰ ਜਿਹਨੂੰ ਆਪਾਂ ਕਾਇਆ ਕਹਿੰਦੇ ਹਾਂ। ਸੋ ਆਤਮਾ ਜਿਹੜੀ ਹੈ ਉਹ ਪਤੀ ਹੈ ਤੇ ਸਰੀਰ ਉਹਦੀ ਪਤਨੀ ਹੈ। ਇਹ ਪਤੀ ਤੇ ਪਤਨੀ ਦਾ ਰਿਸ਼ਤਾ ਹੈ ਤੇ ਆਤਮਾ ਤੇ ਕਦੀ ਖਤਮ ਨਹੀਂ ਹੋਣ ਵਾਲੀ, ਪਰ ਸਰੀਰ ਨੇ ਖਤਮ ਹੋ ਜਾਣਾ। ਪਰੰਤੂ ਸਰੀਰ ਜਿਹੜਾ ਹੈ ਸੰਸਾਰ ਵਿੱਚ ਆ ਕੇ ਖਤਮ ਹੋਣਾ ਨਹੀਂ ਚਾਹੁੰਦਾ। ਦੇਖੋ ਦੁਨੀਆ ਦਾ ਕੋਈ ਬੰਦਾ ਨਹੀਂ, ਕੋਈ ਵਿਰਲਾ ਹੋਏਗਾ ਜਿਹੜੇ ਮਤਲਬ ਅੱਛੀ ਅਵਸਥਾ ਉੱਚੀ ਅਵਸਥਾ ਦੇ ਨੇ, ਨਹੀਂ ਤੇ ਆਮ ਮਨੁੱਖ ਜਿਹੜਾ, ਜਿਵੇਂ ਹੁਣ ਮੈਂ ਬੇਨਤੀ ਕੀਤੀ ਹੈ, ਸਭ ਤੋਂ ਵੱਡਾ ਡਰ ਮੌਤ ਦਾ। ਬੰਦਾ ਇੱਥੋਂ ਜਾਣਾ ਨਹੀਂ ਚਾਹੁੰਦਾ, ਉਮਰ ਜਿੰਨੀ ਮਰਜ਼ੀ ਹੋ ਜਾਏ, ਜਿੰਨੀ ਮਰਜ਼ੀ ਉਮਰ ਹੋ ਜਾਏ। ਤੁਸੀਂ 50 ਸਾਲ ਵਾਲੇ ਨੂੰ ਪੁੱਛ ਲਓ ਜਾਂ 80 ਸਾਲ ਵਾਲੇ ਨੂੰ ਪੁੱਛ ਲਓ, ਚਲੋ ਛੱਡੋ ਪਰੇ ਕਿ ਇਹ ਕੋਈ 100 ਤੋਂ ਟੱਪ ਗਿਆ, 120-25 ਸਾਲ ਦਾ ਬੰਦਾ ਹੋ ਜਾਏ, ਉਹਨੂੰ ਹੀ ਪੁੱਛੋ ਬਈ ਕਿਉਂ ਭਾਈ ਤਿਆਰੀ ਹੈ? ਉਹ ਕਹਿੰਦਾ ਨਹੀਂ, ਥੋੜਾ ਚਿਰ ਹੋਰ ਚਾਹੀਦਾ। ਇਹਦਾ ਮਤਲਬ ਹੈ ਕਿ ਸਰੀਰ ਜਾਣਾ ਨਹੀਂ ਚਾਹੁੰਦਾ। ਇਸ ਕਰਕੇ ਸਰੀਰ ਆਤਮਾ ਨੂੰ ਬੇਨਤੀ ਕਰਦਾ ਹੈ ਕਿ ਧਨ ਕਹਿ ਤੂੰ ਵਸ ਮੈਂ ਨਾਲੇ, ਐ ਮੇਰੇ ਪਿਆਰੇ ਪਤੀ ਆਤਮਾ ਨੂੰ ਕਹਿੰਦਾ, ਫਿਰ ਸੁਖਵਾਸੀ ਬਾਲ ਗੋਪਾਲੇ, ਤੂੰ ਬੜਾ ਸੁੰਦਰ ਹੈ, ਬੜਾ ਚੰਗਾ ਹੈ, ਤੂੰ ਮੇਰੇ ਨਾਲ ਹੀ ਰਿਹਾ ਕਰ ਤੇ ਮੈਨੂੰ ਛੱਡ ਕੇ ਨਾ ਜਾਈਂ। ਤੁਝੇ ਬਿਨਾ ਹੋ ਕਿਤੀ ਨਾ ਲੇਖੇ, ਤੇਰੇ ਬਗੈਰ ਤੇ ਮੇਰੀ ਪਾਇਆ ਹੀ ਕੋਈ ਨਹੀਂ। ਵਚਨ ਦੇ ਛੋੜ ਨਾ ਜਾ ਸਕੇ, ਤੂੰ ਮੈਨੂੰ ਇਹ ਪ੍ਰੋਮਿਸ ਕਰ ਕਿ ਮੈਨੂੰ ਛੱਡ ਕੇ ਕਦੀ ਨਹੀਂ ਜਾਏਗਾ। ਸ਼ਬਦ ਲੰਬਾ ਸਾਧ ਸੰਗਤ ਉਹਦੇ ਅੱਗੇ ਜਾ ਕੇ ਅਗਲੀਆਂ ਤੁਕਾਂ 'ਚ ਆਇਆ। ਉਹਨੇ ਕਿਹਾ ਫਿਰ ਕਿ ਆ ਹੁਕਮੀ ਬੰਦਾ ਉਹ ਭਾਰੋ ਸਵਾਮੀ ਜਿਸ ਕਾਣ ਨਾ ਛੰਦਾ। ਉਹ ਕਹਿੰਦੇ ਜਿੱਚਰ ਆ ਗਿਆ ਤਿੱਚਰ ਤੁਮ ਸੰਗ ਰਹਿਣਾ, ਜਾਂ ਸਦੇ ਤਾਂ ਊਟ ਸਿਧਾਸਾ ਹੈ। ਉਹ ਆਤਮਾ ਕਹਿੰਦੀ ਨਾ ਭਾਈ, ਮੈਂ ਇਹ ਝੂਠਾ ਵਚਨ ਨਹੀਂ ਕਰਨਾ। ਮੈਨੂੰ ਤੇ ਜਿਤਨਾ ਚਿਰ ਵਾਹਿਗੁਰੂ ਜੀ ਨੇ ਕਿਹਾ ਤੇਰੇ ਨਾਲ ਰਵਾਂਗਾ, ਜਿਸ ਵੇਲੇ ਵਾਹਿਗੁਰੂ ਨੇ ਬੁਲਾਇਆ ਮੈਂ ਉੱਠ ਕੇ ਚਲੀ ਜਾਵਾਂ। ਪਰ ਇਹਦਾ ਮਤਲਬ ਇਹ ਹੈ ਕਿ ਸਪਸ਼ਟ ਹੈ ਕਿ ਜਿਹੜਾ ਸਾਡਾ ਸਰੀਰ ਹੈ, ਆਤਮਾ ਤੋਂ ਬਗੈਰ ਇਸ ਦੀ ਕੋਈ ਵੈਲਿਊ ਨਹੀਂ, ਨੋ ਵੈਲਿਊ। ਜੇ ਵਿੱਚੋਂ ਆਤਮਾ ਨਿਕਲ ਜਾਂਦੀ ਹੈ ਨਾ, ਦੇਖੋ ਜਿਸ ਵੇਲੇ ਮਨੁੱਖ ਮਰਦਾ, ਕਿਸ ਵੇਲੇ, ਜਿਸ ਵੇਲੇ ਆਤਮਾ ਰੂਪ ਜਿਹਨੂੰ ਹੰਸ ਵੀ ਕਿਹਾ, ਉਡਾਰੀ ਮਾਰ ਜਾਂਦਾ ਹੈ, ਬੜਾ ਸੋਹਣਾ ਮਨੁੱਖ ਬੋਲਦਾ, ਚੱਲਦਾ, ਤੁਰਦਾ ਫਿਰਦਾ, ਇੱਕਦਮ ਕੜਮ ਹੋ ਜਾਂਦਾ ਤੇ ਸਾਰੇ ਕਹਿੰਦੇ ਇਹ ਤਾਂ ਮੁਰਦਾ ਬਣ ਗਿਆ। ਸੋ ਇਸ ਕਰਕੇ ਸਰੀਰ ਤੇ ਆਤਮਾ ਦਾ ਸੰਬੰਧ ਇਹ ਹੈ ਕਿ ਜਿੰਨਾ ਚਿਰ ਆਤਮਾ ਸਰੀਰ ਦੇ ਵਿੱਚ ਹੈ, ਸਰੀਰ ਜਿਉਂਦਾ ਹੈ। ਜਿਸ ਦਿਨ ਇਸ ਆਤਮਾ ਨੇ ਸਰੀਰ ਤੋਂ ਸੰਬੰਧ ਤੋੜਿਆ, ਉਸੇ ਪਲ ਹੀ, ਕੋਈ ਦੇਰ ਨਹੀਂ ਲੱਗਣੀ, ਉਸੇ ਪਲ ਹੀ ਇਹ ਸਰੀਰ ਜਿਹੜਾ, ਇਹਦੀ ਸਭ ਕੁਝ ਖਤਮ ਹੋ ਜਾਣਾ। ਇਹਦੀ ਬੋਲਣ ਸ਼ਕਤੀ ਖਤਮ, ਇਹਦੀ ਦੇਖਣ ਸ਼ਕਤੀ ਖਤਮ, ਇਹਦੀ ਤੁਰਨ ਦੀ ਸ਼ਕਤੀ ਖਤਮ, ਇਹਦੀ ਸੋਚਣ ਦੀ ਸ਼ਕਤੀ ਖਤਮ, ਬਿਲਕੁਲ ਖਤਮ ਹੋ ਜਾਂਦਾ। ਤੋ ਇਸ ਕਰਕੇ ਸਰੀਰ ਦੀ ਪਾਇਆ ਜਿਹੜੀ ਹੈ ਨਾ, ਉਹ ਆਤਮਾ ਕਰਕੇ ਹੈ। ਆਤਮਾ ਤੋਂ ਬਗੈਰ ਸਰੀਰ ਦੀ ਕੋਈ ਕਾਇਆ ਨਹੀਂ। ਔਰ ਜੇ ਆਤਮਾ ਵਿੱਚੋਂ ਨਿਕਲ ਜਾਏ ਤੇ ਪਤਾ ਹੈ ਜਿਹੜਾ ਸਰੀਰ ਜਿਹਦੇ ਤੇ ਅਸੀਂ ਬੜਾ ਮਾਣ ਕਰਦੇ ਹਾਂ, ਅਸੀਂ ਇਹਨੂੰ ਬੜਾ ਸਜਾ ਕੇ, ਮੈਂ ਨਹੀਂ ਕਹਿੰਦਾ ਬਸ ਸਜਾ ਕੇ ਦਾ ਮਤਲਬ ਇਹ ਹੈ ਕਿ ਸਾਫ ਸੁਥਰਾ ਨਾ ਰੱਖੋ, ਪਰ ਮਾਣ ਨਾ ਕਰੋ। ਕਈ ਵਾਰ ਅਸੀਂ ਸਰੀਰ ਦੀ ਸਜਾਵਟ ਤੇ ਵੀ ਮਾਣ ਕਰਦੇ ਹਾਂ, ਕੰਪੀਟੀਸ਼ਨ 'ਚ ਆ ਜਾਂਦੇ ਹਾਂ ਨਾ। ਅਸੀਂ ਕਈ ਵਾਰ ਰੱਬ ਨੂੰ ਵੀ ਭੁੱਲ ਜਾਂਦੇ ਹਾਂ ਵੀ ਸਾਨੂੰ ਤਿਆਰੀ 'ਚ ਇੰਨੀ ਦੇਰ ਲੱਗ ਜਾਂਦੀ ਹੈ ਆਪਣੀ ਤੌਰ ਟੱਪਾ ਕੱਢਣ 'ਚ ਹੀ ਕਿ ਗੁਰਦੁਆਰੇ 'ਚ ਆਉਣ ਦਾ ਸਮਾਂ ਹੀ ਨਹੀਂ ਰਹਿੰਦਾ, ਸੰਗਤ ਦਾ ਸਾਹਮਣੇ ਉੱਥੇ ਤੱਕ ਗੱਲ ਨਾ ਪਹੁੰਚੇ। ਤੋ ਜੇਕਰ ਆਪਾਂ ਜਿਸ ਸਰੀਰ ਤੇ ਐਡਾ ਮਾਣ ਕਰਦੇ ਹਾਂ, ਜੇ ਆਤਮਾ ਵਿੱਚੋਂ ਨਿਕਲ ਜਾਏ ਤਾਂ ਫਿਰ ਇੱਕ ਸ਼ਬਦ ਹੈ, ਉਹਦੇ 'ਚ ਸ਼ਾਇਦ ਮੇਰਾ ਖਿਆਲ ਹੈ 346 ਸਫੇ ਤੇ ਹੋਏਗਾ ਗੁਰੂ ਗ੍ਰੰਥ ਸਾਹਿਬ ਜੀ ਦੇ। ਉਹ ਆਖਿਆ ਤੂੰ ਕਾਇਆ ਮੈਂ ਰੁਲਦੀ ਦੇਖੀ, ਜਿਉਂ ਧਰ ਉੱਪਰ ਛਾਰੋ ਕਹਿੰਦਾ ਸੁਆ, ਐ ਮੇਰੀ ਕਾਇਆ, ਐ ਮੇਰੇ ਸਰੀਰ ਕਾਹਦੀ ਗੱਲ ਦਾ ਮਾਣ ਕਰਦਾ, ਤੈਨੂੰ ਮੈਂ ਰੁਲਦਿਆਂ ਦੇਖਿਆ ਤੇਰੀਆਂ ਵਰਗੀਆਂ ਕਈ ਸਰੀਰਾਂ ਨੂੰ। ਤੂੰ ਕਾਇਆ ਮੈਂ ਰੁਲਦੀ ਦੇਖੀ, ਜਿਉਂ ਧਰ ਉੱਪਰ ਛਾਰੋ, ਜਿਸ ਤਰ੍ਹਾਂ ਧਰਮ ਨੇ ਧਰਤੀ ਤੇ ਸਵਾ ਉੱਡਦੀ ਹੈ, ਇਸ ਤਰ੍ਹਾਂ ਤੂੰ ਉੱਡ ਜਾਣਾ। ਵਾਕਈ ਜਿਸ ਵੇਲੇ ਆਤਮਾ ਨਿਕਲ ਜਾਏ ਤਾਂ ਸਰੀਰ ਦੀ ਵੈਲਿਊ ਸਿਫਰ ਹੈ। ਤਾਂ ਆਓ ਸਾਧ ਸੰਗਤ ਜੀ ਅੱਗੇ ਚੱਲੀਏ ਕਿਉਂਕਿ ਸਮਾਂ ਦੌੜ ਰਿਹਾ। ਆਤਮਾ ਜਿਹੜੀ ਆਪਾਂ ਜਿਵੇਂ ਗੱਲ ਕਰ ਰਹੇ ਹਾਂ, ਪਰਮਾਤਮਾ ਦੀ ਅੰਸ਼ ਹੈ। ਸਿਰਫ ਫਰਕ ਇੰਨਾ ਹੈਗਾ ਕਿ ਜਿਵੇਂ ਸਮੁੰਦਰ ਹੈ ਤੇ ਸਮੁੰਦਰ ਦੀ ਇੱਕ ਬੂੰਦ ਹੈ, ਉਹਨਾਂ 'ਚ ਪ੍ਰੋਪਰਟੀਜ਼ ਇੱਕੋ ਜਿਹੀਆਂ ਨੇ। ਜੋ ਸਮੁੰਦਰ ਦੀ ਪਾਣੀ ਦੀ ਪ੍ਰੋਪਰਟੀਜ਼ ਨੇ, ਉਹ ਸਮੁੰਦਰ 'ਚ ਇੱਕ ਲੋਟਾ ਭਰ ਲਈਏ ਤੇ ਉਹਦੇ 'ਚ ਵੀ ਉਹੀ ਨੇ, ਸੇਮ ਪ੍ਰੋਪਰਟੀਜ਼ ਨੇ। ਫਰਕ ਸਿਰਫ ਇੰਨਾ ਹੈਗਾ ਕਿ ਸਮੁੰਦਰ ਬਹੁਤ ਵਿਸ਼ਾਲ ਹੈ ਤੇ ਜਿਹੜਾ ਲੋਟਾ ਭਰ ਕੇ ਲੈਂਦਾ ਉਹ ਉਹਦੀ ਇੱਕ ਲਿਮਟ ਹੈ। ਇਸੇ ਤਰ੍ਹਾਂ ਸਾਡੀ ਇਸ ਜਿਵੇਂ ਆਤਮਾ ਜਿਹੜੀ ਹੈਗੀ ਹੈ, ਉਸੇ ਦਾ ਇੱਕ ਲਿਮਟਡ, ਵਾਹਿਗੁਰੂ ਦਾ ਇੱਕ ਲਿਮਟਡ ਛੋਟਾ ਜਿਹਾ ਬਰੀਕ ਤੋਂ ਬਰੀਕ ਛੋਟਾ ਜਿਹਾ ਅੰਸ਼ ਹੈ। ਤੇ ਵਾਹਿਗੁਰੂ ਜਿਹੜਾ ਉਹ ਤਾਂ ਬਹੁਤ ਬੇਅੰਤ ਹੈ, ਤੂੰ ਬੇਅੰਤ ਕੋ ਵਿਰਲਾ ਜਾਣ। ਵਾਹਿਗੁਰੂ ਬਹੁਤ ਬੇਅੰਤ ਹੈ, ਉਹਦਾ ਕਿਸੇ ਨੇ ਅੰਤ ਨਹੀਂ ਪਾ ਸਕਿਆ। ਤੋ ਯਾ ਮੰਦਰ ਮੈਂ ਕੌਣ ਵਸਾਈ, ਤਾਂ ਕਾ ਅੰਤ ਨਾ ਕੋ ਪਾਈ। ਤੋ
ਇਹ ਜਿਹੜੀ ਆਤਮਾ ਤੇ ਪਰਮਾਤਮਾ ਇਹ ਆਪਸ 'ਚ ਵੱਖ ਨਹੀਂ ਹੋ ਸਕਦੇ। ਕਬੀਰ ਸਾਹਿਬ ਜੀ ਦਾ ਸ਼ਬਦ ਹੈ, ਉਹਦੀਆਂ ਅਖੀਰਲੀਆਂ ਤੁਕਾਂ ਸਿਰਫ ਪੜ੍ਹਨ ਲੱਗਾ ਕਿਉਂਕਿ ਸਮਾਂ ਬੜਾ ਘੱਟ ਹੈ। ਉਹ ਅਖੀਰ ਤੇ ਜਾ ਕੇ ਲਿਖਦੇ ਨੇ, ਕਹੋ ਕਬੀਰ ਇਹ ਰਾਮ ਕੀ ਅੰਸ। ਅਗਲੀ ਤੁਕ ਦੇਖਣਾ, ਜਸ ਕਾਗਦ ਪਰ ਮਿਟਿਆ ਨਾ ਮੰਸ। ਮੰਸ ਕਹਿੰਦੇ ਨੇ ਸ਼ਾਹੀ ਨੂੰ। ਕਾਗਜ਼ ਦੇ ਉੱਤੇ ਜਿਸਲ ਆਪਾਂ ਸ਼ਾਹੀ ਨਾਲ ਲਿਖਦੇ ਨੇ ਨਾ, ਤੇ ਉਹ ਸ਼ਾਹੀ ਕਾਗਜ਼ ਦਾ ਪਾਰਟ ਬਣ ਜਾਂਦੀ, ਹਿੱਸਾ ਬਣ ਜਾਂਦੀ ਹੈ, ਉਹਨੂੰ ਵੱਖ ਨਹੀਂ ਕੀਤਾ ਜਾ ਸਕਦਾ। ਇਸੇ ਤਰ੍ਹਾਂ ਜਿਵੇਂ ਕਾਗਜ਼ ਤੇ ਸ਼ਾਹੀ ਲਿਖੀ ਵੱਖ ਨਹੀਂ ਹੋ ਸਕਦੀ, ਪਰਮਾਤਮਾ ਤੇ ਆਤਮਾ ਨੂੰ ਵੱਖ ਨਹੀਂ ਕੀਤਾ ਜਾ ਸਕਦਾ। ਤੇ ਜੇ ਆਤਮਾ ਤੇ ਪਰਮਾਤਮਾ ਏਡੀ ਨੇੜੇ ਹੈ, ਤੇ ਫਿਰ ਆਪਾਂ ਦੇਖਦੇ ਹਾਂ ਵੀ ਆਤਮਾ ਤੇ ਪਰਮਾਤਮਾ 'ਚ ਵਿਥ ਕਿਉਂ ਆ ਜਾਂਦੀ ਹੈ। ਆਪਾਂ ਪਹਿਲੇ ਨਫਸ ਤੇ ਰੂਹ ਦੀ ਗੱਲ ਪੜ੍ਹੀ ਹੈ ਨਾ, ਹੁਣ ਮੈਂ ਬਾਰ-ਬਾਰ ਤੁਹਾਨੂੰ ਯਾਦ ਕਰਾ ਰਿਹਾ ਕਿ ਨੈਗੇਟਿਵ ਤੇ ਪੋਜ਼ਿਟਿਵ ਥਾਟ ਵਿਥ ਕਿਵੇਂ ਆਉਂਦੀ। ਕਹਿੰਦੀ ਜਿਹੜੀ ਚੀਜ਼ ਦੇਖੋ ਆਤਮਾ ਪਰਮਾਤਮਾ ਦਾ ਹਿੱਸਾ ਹੋਵੇ, ਅਸੀਂ ਕਈ ਉਹਦਾ ਪ੍ਰਭੂ ਨਾਲ ਵਿਛੋੜਾ ਹੈ, ਤੇ ਇਹ ਬੜੀ ਅਜੀਬ ਜੀ ਗੱਲ ਲੱਗਦੀ ਹੈ, ਕਿਉਂਕਿ ਆਤਮਾ ਤੇ ਕਾਇਆ ਦਾ ਸੰਬੰਧ ਪਤੀ ਪਤਨੀ ਵਾਲਾ ਹੈ। ਤੇ ਜਦ ਆਤਮਾ ਕਾਇਆ ਦੇ ਮੋਹ ਵਿੱਚ ਫਸ ਜਾਂਦੀ ਹੈ, ਧਿਆਨ ਦੇਣਾ, ਜਦ ਆਤਮਾ ਕਾਇਆ ਦੇ ਮੋਹ ਵਿੱਚ ਫਸ ਜਾਂਦੀ ਹੈ ਤਾਂ ਕਾਇਆ ਦੇ ਸੰਯੋਗ ਦੇ ਨਾਲ ਇਹ ਦੁਨਿਆਵੀ ਭੋਗ ਵਿਲਾਸਾਂ ਵਿੱਚ ਇਹ ਆਤਮਾ ਜਿਹੜੀ ਹੈ ਖਚਤ ਹੋ ਜਾਂਦੀ ਹੈ। ਇਹਨੂੰ ਬੜਾ ਆਪਾਂ ਨੂੰ ਥੋੜਾ ਜਿਹਾ ਠੰਡੇ ਦਿਮਾਗ ਨਾਲ ਇਸ ਗੱਲ ਨੂੰ ਸੋਚਣਾ ਪੈਣਾ ਕਿ ਆਤਮਾ ਜਿਹੜੀ ਪਰਮਾਤਮਾ ਦਾ ਹਿੱਸਾ ਹੈ, ਜਿਸ ਵੇਲੇ ਸਰੀਰ ਦੇ ਸੰਯੋਗ ਵਿੱਚ ਆ ਕੇ ਦੁਨਿਆਵੀ ਭੋਗ ਵਿਲਾਸਾਂ 'ਚ ਪੈ ਜਾਂਦੀ ਹੈ ਤਾਂ ਇਹਦਾ ਪਰਮਾਤਮਾ ਨਾਲੋਂ ਵਿਛੋੜਾ ਪੈ ਜਾਂਦਾ ਹੈ। ਸੋਲੇ ਰਾਗ ਵਿੱਚ ਮਾਰੂ ਸੋਲੇ ਸ਼ਬਦ ਵਿੱਚ ਇਹ ਗੁਰੂ ਅਰਜਨ ਸਾਹਿਬ ਜੀ ਦੇ ਇਹ ਸ਼ਬਦ ਹੈ, ਉਹਦੀਆਂ ਦੋ ਤੁਕਾਂ ਤੁਹਾਡੇ ਸਾਹਮਣੇ ਰੱਖਦਾ ਕਿ ਸੰਗੀ ਜੋਗੀ ਨਾਰ ਲਪਟਾਣੀ ਉਰਜ ਰਹੀ ਰੰਗ ਰਸ ਮਾਣੀ। ਇਹ ਆਤਮਾ ਦਾ ਇਹ ਸਰੀਰ ਦੇ ਨਾਲ ਫਸ ਕੇ, ਸਰੀਰ ਦੇ ਨਾਲ ਜ਼ਿਆਦਾ ਮੋਹ ਹੋਣ ਕਰਕੇ, ਤੇ ਉਹਦੇ ਜ਼ਿਕਰ ਕਰ ਰਹੇ ਪਾਤਸ਼ਾਹ ਜੀ ਕਿ ਸੰਗੀ ਜੋਗੀ ਨਾਰ ਲਪਟਾਣੀ ਉਰਜ ਰਹੀ ਰੰਗ ਰਸ ਮਾਣੀ ਕਿਰਤ ਸੰਜੋਗੀ ਭੇ ਇਕਤਰਾ ਕਰਦੇ ਭੋਗ ਬਿਲਾਸਾ ਹੈ ਜੋ ਫਿਰ ਕਰੈ ਸੋ ਧਨ ਤਤ ਮਾਨੈ। ਜੋ ਫਿਰ ਕਰੈ ਸੋ ਧਨ ਤਤ ਮਾਨੈ। ਧਨ ਕੌਣ? ਫਿਰ ਧਨੈ ਸਿੰਗਾਰ ਰੱਖੈ ਸਿੰਗਾਨੈ ਮਿਲੇ ਕਤਰ ਵਸੈ ਦਿਨ ਰਾਤੀ ਪ੍ਰਿਓ ਦੇ ਧਨੈ ਦਿਲਾਸਾ ਹੈ। ਤੋ ਜਿਸ ਵੇਲੇ ਇਹ ਸਾਡੀ ਆਤਮਾ ਇਹ ਸਰੀਰਕ ਮੋਹ ਕਰਕੇ ਦੁਨਿਆਵੀ ਭੋਗ ਵਿਲਾਸਾਂ 'ਚ ਪੈਂਦੀ ਹੈ ਤੇ ਆਤਮਾ ਦਾ ਪਰਮਾਤਮਾ ਤੋਂ ਫਰਕ ਪੈ ਜਾਂਦਾ ਹੈ। ਉਸ ਵੇਲੇ ਕੀ ਹੁੰਦਾ ਹੈ ਕਿ ਸਾਡੇ ਮਨ ਦੀ ਭਟਕਣਾ ਵੱਧ ਜਾਂਦੀ ਹੈ। ਸਾਡੇ ਮਨ ਦੀ ਭਟਕਣਾ ਉਹਨਾਂ ਚਿਰ ਨਹੀਂ ਹੋਏਗੀ ਜਿੰਨਾ ਚਿਰ ਆਤਮਾ ਜਿਹੜੀ ਹੈ ਉਹ ਜਿਹਨੂੰ ਰੂਹ ਦੇ ਰੂਪ ਵਿੱਚ ਭਾਵ ਪੋਜ਼ਿਟਿਵ ਥਿੰਕਿੰਗ 'ਚ ਰਹੇਗੀ। ਜਿਵੇਂ ਤੁਹਾਨੂੰ ਯਾਦ ਹੋਣਾ ਮਨ ਦੀ ਗੱਲ ਆਪਾਂ ਕਰ ਰਹੇ ਸੀ, ਤੇ ਉਸ ਵੇਲੇ ਸੀਗਾ ਜਿਸ ਵੇਲੇ ਮਨ ਸੰਸਾਰ ਵਾਲੀਆਂ ਗੱਲਾਂ ਕਰੇ ਤਾਂ ਮਨ ਜਿਹੜਾ ਉਹ ਨੈਗੇਟਿਵ ਥਾਟ ਵਿੱਚ ਚੱਲ ਜਾਂਦਾ। ਜਿਸ ਵੇਲੇ ਨਿਰੰਕਾਰ ਦੀਆਂ ਗੱਲਾਂ ਕਰੇ ਫਿਰ ਚੰਗੀਆਂ ਗੱਲਾਂ ਕਰਨੀ ਸ਼ੁਰੂ ਕਰ ਦਿੰਦਾ। ਇਸੇ ਕਰਕੇ ਕਦੀ ਸਾਡੇ ਵਿਚਾਰ ਬੜੇ ਚੰਗੇ ਹੁੰਦੇ ਨੇ ਔਰ ਕਈ ਚਿਰ ਬੜੇ ਵਿਚਾਰ ਚੰਗੇ ਰਹਿੰਦੇ ਨੇ, ਅਚਾਨਕ ਕੋਈ ਵਿਘਨ ਪੈ ਜਾਂਦਾ ਹੈ ਤੇ ਮਨ ਫੇਰ ਫਿਸਲ ਜਾਂਦਾ। ਚਲੋ ਆਪਾਂ ਅਗਲਾ ਪੁਆਇੰਟ ਲਈਏ। ਅਗਲਾ ਪੁਆਇੰਟ ਇਹ ਹੈ, ਕਿਉਂਕਿ ਆਤਮਾ ਦੀ ਗੱਲ ਚੱਲ ਰਹੀ ਹੈ ਨਾ, ਆਤਮਾ ਤੋਂ ਹੀ ਪਰਮਾਤਮਾ ਦਾ ਗਿਆਨ ਹੁੰਦਾ ਹੈ। ਭਾਵ ਇਹ ਹੈ ਕਿ ਜੇ ਅਸੀਂ ਸੋਚਣਾ ਹੋਵੇ ਪਰਮਾਤਮਾ ਕੀ ਹੈ ਤੇ ਸਾਨੂੰ ਪਹਿਲੇ ਆਤਮਾ ਬਾਰੇ ਗਿਆਨ ਹੋਣਾ ਚਾਹੀਦਾ ਕਿ ਆਤਮਾ ਕੀ ਹੈ। ਆਤਮਾ ਨਾਲ ਗਿਆਨ ਤਾਂ ਪਾਵੇ, ਆਤਮਾ ਨਾਲ ਸਾਂਝ ਪੈਣੀ ਚਾਹੀਦੀ। ਦੇਖੋ ਜਿਹੜੀ ਮਨੁੱਖੀ ਜੂਨ ਹੈ ਨਾ, ਇਹ ਸਾਰੀਆਂ ਜੂਨਾਂ ਤੋਂ ਵਧੀਆ ਜੂਨ ਮੰਨੀ ਗਈ ਹੈ ਔਰ ਹੈ ਵੀ ਬੜੀ ਵਧੀਆ। ਪਰ ਇਹਦੇ ਵਿੱਚ ਗੱਲ ਜਿਵੇਂ ਕਹਿੰਦੇ ਨਾ ਫੁੱਲ ਨਾਲ ਕੰਡਾ ਹੁੰਦਾ ਹੈ, ਇਸੇ ਤਰ੍ਹਾਂ ਮਨੁੱਖ ਜੂਨ ਸਾਰੀਆਂ ਜੂਨੀਆਂ ਤੇ ਹੈ ਤੇ ਬੜੀ ਵਧੀਆ, ਪਰ ਇਹਦੇ 'ਚ ਨਾ ਦੁਬਿਧਾ ਦੀ ਇੱਕ ਐਸਾ ਇਹ ਬਿਮਾਰੀ ਹੈ ਕਿ ਦੁਬਿਧਾ ਦੀ ਸ਼ਿਕਾਰ ਜਿਹੜੀ ਹੈ ਇਹ ਜੂਨ ਜਿਹੜੀ ਹੈ, ਜਿਹੜਾ ਮਨੁੱਖ ਹੈ ਨਾ ਸਭ ਤੋਂ ਜ਼ਿਆਦਾ ਦੁਬਿਧਾ 'ਚ ਪੈਂਦਾ। ਮੈਨੂੰ ਲੱਗਦਾ ਵੀ ਜਿਹੜੇ ਇਹ ਪਸ਼ੂ ਪੰਛੀ ਨੇ ਜਾਂ ਹੋਰ ਚੀਜ਼ਾਂ ਨੇ ਇਹ ਇੰਨੀਆਂ ਦੁਬਿਧਾ 'ਚ ਨਹੀਂ ਪੈਂਦੀਆਂ ਹੋਣਗੀਆਂ, ਕੋਈ ਮਾੜੀ ਮੋਟੀ ਭਾਵੇਂ ਪੈਂਦੀ ਹੋਵੇ, ਪਰ ਮਨੁੱਖ ਜਿਹੜਾ ਇਹ ਆਮ ਹਾਲਤਾਂ ਵਿੱਚ ਇਹ ਦੁਬਿਧਾ 'ਚ ਪਿਆ ਰਹਿੰਦਾ। ਹੁਣ ਇੱਥੇ ਦੁਬਿਧਾ ਦਾ ਭਾਵ ਮੈਂ ਸੰਖੇਪ ਜਿਹਾ ਰੱਖਣਾ ਚਾਹੁੰਦਾ ਜੋ ਅੱਜ ਦੇ ਵਿਸ਼ੇ ਨਾਲ ਹੈ ਕਿ ਸੰਸਾਰੀ ਚਕਾਚੌਂਧ ਜਿਹੜੀ ਹੈ ਉਹਦੇ ਵਿੱਚ ਅਸੀਂ ਮਤਲਬ ਹੈ ਵੀ ਉਲਝ ਜਾਂਦੇ ਹਾਂ। ਸਾਡਾ ਮਨ ਜਿਹੜਾ ਸੰਸਾਰੀ ਪਦਾਰਥਾਂ ਪਿੱਛੇ, ਚਾਹੇ ਉਹ ਖਾਣ ਪੀਣ ਦੇ ਹੋਣ, ਚਾਹੇ ਪਹਿਨਣ ਦੇ ਹੋਣ, ਮਾਨਣ ਦੇ ਹੋਣ, ਭੋਗ ਵਿਲਾਸ ਹੋਣ, ਉਧਰ ਦੌੜਦਾ, ਉਧਰ ਭੱਜਦਾ। ਦੂਜੇ ਪਾਸੇ ਸਾਡਾ ਮਨ ਜਿਹੜਾ ਹੈ ਉਹ ਪਰਮਾਰਥ ਵੱਲ ਵੀ ਜਾਂਦਾ ਹੈ, ਪਰਮਾਰਥ ਵੱਲ ਵੀ ਜਾਂਦਾ। ਕਦੀ ਪਰਮਾਰਥ ਵੱਲ ਜਾਂਦਾ ਹੈ ਤੇ ਕਦੀ ਸੰਸਾਰ ਵੱਲ ਜਾਂਦਾ। ਹੁਣ ਕਿ ਸੰਸਾਰ ਨੂੰ ਤਿਆਗ ਕਰਦੀ ਨਹੀਂ, ਸੰਸਾਰ ਨੂੰ ਤਿਆਗ ਨਾ ਕਰਾਈਏ, ਪਰ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਜੋ ਸਾਨੂੰ ਬਾਣੀ ਕਹਿੰਦੀ ਹੈ, ਸੰਸਾਰ ਵਿੱਚ ਰਹਿੰਦਿਆਂ ਨਿਰਲੇਪ ਹੋ ਕੇ ਰਹੀਏ। ਅਸੀਂ ਸੰਸਾਰ ਵਿੱਚ ਲਿਪਤ ਹੋ ਜਾਂਦੇ ਹਾਂ ਤੇ ਫਿਰ ਕੀ ਹੈ, ਨਾ ਤੇ ਰੱਬ ਨੂੰ ਛੱਡ ਸਕਦੇ ਹਾਂ
ਨਾ ਤੇ ਪਰਮਾਰਥ ਦਾ ਰਸਤਾ ਛੱਡ ਸਕਦੇ ਹਾਂ, ਤੇ ਨਾ ਦੁਨਿਆਵੀ ਜਿਹਦੀ ਦੁਨਿਆਵੀ ਪਦਾਰਥਾਂ 'ਚ ਲਿਪਤ ਹੋ ਜਾਂਦੇ ਹਾਂ, ਨਾ ਉਸ ਲੇਪੜ 'ਚੋਂ ਬਾਹਰ ਆ ਸਕਦੇ ਹਾਂ। ਇਹਨੂੰ ਕਹਿੰਦੇ ਨੇ ਦੁਬਦਾ ਜਾਂ ਦਵੰਦ, ਭਾਵ ਦੋ ਬੇੜੀਆਂ ਤੇ ਪੈਰ ਰੱਖਣਾ। ਇਸੇ ਕਰਕੇ ਸਾਡੀ ਦੁਬਦਾ ਖਤਮ ਨਾ ਹੋਣ ਕਰਕੇ ਸਾਡੇ ਮਨ ਦੀ ਭਟਕਣਾ ਨਹੀਂ ਖਤਮ ਹੁੰਦੀ। ਅਸੀਂ ਦੁੱਖ ਸੁੱਖ ਕਲਹ ਕਲੇਸ਼ ਦੇ ਚੱਕਰ ਵਿੱਚ ਸਾਰੀ ਉਮਰ ਆਪਣਾ ਕੱਟੀ ਜਾਂਦੇ ਹਾਂ। ਤਾਂ ਇਸ ਕਰਕੇ ਸਾਨੂੰ ਆਪਣੀ ਆਤਮਾ ਨੂੰ ਸਮਝਣਾ ਚਾਹੀਦਾ ਹੈ ਕਿ ਆਤਮਾ ਪਰਮਾਤਮਾ ਦਾ ਅੰਸ਼ ਅੰਦਰ ਬੈਠੀ ਹੈ, ਇਹਦੇ ਨਾਲ ਜੁੜੀਏ। ਸੰਸਾਰ ਦੇ ਕੰਮ ਤਾਂ ਚੱਲਦੇ ਹੀ ਰਹਿਣੇ ਨੇ, ਸੰਸਾਰ ਦੇ ਕੰਮ ਜਿਹੜੇ ਨੇ ਉਹ ਤੇ ਵਾਹਿਗੁਰੂ ਜੀ ਦੇ ਹੁਕਮ ਨਾਲ ਚੱਲਦੇ ਰਹਿਣੇ ਨੇ, ਤੈਨੂੰ ਫਿਕਰ ਕਰਨ ਦੀ ਲੋੜ ਨਹੀਂ। ਤੂੰ ਆਪਣਾ ਸਾਰਾ ਓਟ ਆਸਰਾ ਵਾਹਿਗੁਰੂ ਤੇ ਰੱਖ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਾਨੂੰ ਦੱਸਿਆ ਸੀ ਕਿ ਜਨ ਨਾਨਕ ਬਿਨ ਆਪਾ ਚੀਨੈ, ਇਹ ਦੁਬਦਾ ਉਦਾਂ ਨਹੀਂ ਮਿਟਣੀ। ਜਿੰਨਾ ਚਿਰ ਆਤਮਾ ਦਾ ਖਿਆਲ ਨਹੀਂ ਹੁੰਦਾ, ਸਾਨੂੰ ਅਸੀਂ ਆਤਮਾ ਨਾਲ ਨਹੀਂ ਜੁੜਦੇ, ਸਾਡੀ ਦੁਬਦਾ ਖਤਮ ਨਹੀਂ ਹੋ ਸਕਦੀ। ਗੁਰੂ ਤੇਗ ਬਹਾਦਰ ਸਾਹਿਬ ਦਾ ਹੁਕਮ ਹੈ ਜਨ ਨਾਨਕ ਬਿਨ ਆਪਾ ਚੀਨੈ। ਅਗਲੇ ਕੀ ਲਿਖਿਆ, ਮਿਟਿਆ ਨਾ ਭ੍ਰਮ ਕੀ ਕਾਈ। ਕਾਈ ਹੁੰਦੀ ਜੰਗਾਲ, ਜਿਵੇਂ ਆਪਾਂ ਦੇਖ ਕੋਈ ਛੱਪੜ ਹੋਵੇ ਤੇ ਉੱਤੇ ਕਾਈ ਹਰੇ ਜਿਹੇ ਰੰਗ ਜਿਹੜੀ ਝਿੱਲੀ ਆ ਜਾਂਦੀ, ਉਹਨੂੰ ਕਾਈ ਕਹਿੰਦੇ ਨੇ। ਇਸ ਤਰ੍ਹਾਂ ਸਾਡੇ ਮਨ ਤੇ ਦੁਬਦਾ ਦੀ ਕਾਈ ਹੈ, ਜਿਸ ਕਰਕੇ ਸਾਡਾ ਆਤਮਾ ਨਾਲ ਸਾਂਝ ਨਹੀਂ ਪੈਂਦੀ ਤੇ ਪਰਮਾਤਮਾ ਤੋਂ ਦੂਰ ਰਹਿੰਦੇ। ਇਸ ਕਰਕੇ ਉਹਨੂੰ ਦੂਰ ਕਰਨ ਲਈ ਕੇਵਲ ਗੁਰੂ ਦੀ ਮਦਦ ਸਾਨੂੰ ਚਾਹੀਦੀ ਹੈ ਕਿ ਜਨ ਨਾਨਕ ਬਿਨ ਆਪਾ ਚੀਨੈ, ਮਿਟੇ ਨਾ ਭ੍ਰਮ ਕੀ ਕਾਈ। ਤਾਂ ਜਿਹੜੇ ਲੋਕ ਭਾਈ ਇਸ ਆਤਮਾ ਨੂੰ ਪਹਿਚਾਣ ਲੈਂਦੇ ਨੇ, ਉਹ ਬਿਲਕੁਲ ਸਹਿਜ ਅਵਸਥਾ ਵਿੱਚ ਆ ਜਾਂਦੇ ਨੇ। ਤਾਂ ਆਸਾ ਰਾਗ ਵਿੱਚ ਨਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਫਰਮਾਨ ਹੈ ਕਿ ਜਿਨੀ ਆਤਮ ਚੀਨਿਆ ਪਰਮਾਤਮ ਸੋਈ, ਏਕੋ ਅੰਮ੍ਰਿਤ ਬਿਰਖ ਹੈ ਫਲ ਅੰਮ੍ਰਿਤ ਹੋਈ। ਹੁਣ ਇਸ ਤੁਕ ਨੂੰ ਧਿਆਨ ਦੇਣਾ, ਏਕੋ ਅੰਮ੍ਰਿਤ ਬਿਰਖ ਹੈ ਫਲ ਅੰਮ੍ਰਿਤ ਹੋਈ। ਦੇਖੋ ਕਹਿੰਦੇ ਨੇ ਵੀ ਫਲ ਤੋਂ ਬਿਰਖ ਦੀ ਪਛਾਣ ਹੋ ਜਾਂਦੀ ਹੈ। ਸਪੋਜ਼ ਮੇਰੇ ਕੋਲ ਸੰਤਰਾ ਹੈ ਤੇ ਮੈਨੂੰ ਪਤਾ ਲੱਗ ਜਾਏਗਾ ਇਹ ਸੰਤਰੇ ਦੇ ਦਰਖਤ ਨਾਲ ਸੰਬੰਧਿਤ ਹੈ, ਤੇ ਜੇ ਮੈਂ ਸੰਤਰੇ ਦੇ ਦਰਖਤ ਕੋਲ ਖੜਾ ਤੇ ਮੈਨੂੰ ਪਤਾ ਲੱਗ ਜਾਏ ਇਸ ਦਰਖਤ ਤੋਂ ਸੰਤਰੇ ਨਿਕਲਦੇ ਨੇ। ਭਾਵ ਫਲ ਤੇ ਬਿਰਖ ਜਿਹੜੇ ਨੇ ਇਹ ਇੰਟਰਡਿਪੈਂਡੈਂਟ ਨੇ। ਜੇ ਇੱਕ ਦੀ ਪਛਾਣ ਹੋ ਜਾਏ ਤੇ ਦੂਜੇ ਦੀ ਪਛਾਣ ਹੋ ਜਾਂਦੀ। ਆਤਮਾ ਤੇ ਪਰਮਾਤਮਾ ਇੰਝ ਹੀ ਨੇ, ਜਿਵੇਂ ਰੁੱਖ ਤੇ ਫਲ, ਤੇ ਜਿਹਨੂੰ ਫਲ ਦੀ ਪਛਾਣ ਹੋ ਗਈ ਉਹਨੂੰ ਰੁੱਖ ਦੀ ਪਛਾਣ ਵੀ ਹੋ ਜਾਏਗੀ। ਜੇ ਫਲ ਆਤਮਾ ਹੈ ਤਾਂ ਰੁੱਖ ਜਿਹੜਾ ਵਾਹਿਗੁਰੂ ਹੈ। ਇਸ ਕਰਕੇ ਜਿਸ ਵੇਲੇ ਸਾਨੂੰ ਰੁੱਖ ਦੀ ਫਲ ਦੀ ਪਹਿਚਾਣ ਹੋ ਜਾਏਗੀ, ਸਾਨੂੰ ਰੁੱਖ ਦੀ ਪਹਿਚਾਣ ਵੀ ਹੋ ਜਾਏਗੀ। ਸੋ ਇਸ ਕਰਕੇ ਸਾਨੂੰ ਆਤਮਾ ਨੂੰ ਚੀਨਣ ਦੀ ਲੋੜ ਹੈ, ਆਤਮਾ ਨਾਲ ਜੁੜਨ ਦੀ ਲੋੜ ਹੈ। ਆਤਮਾ ਨਾਲ ਕਿਉਂ ਨਹੀਂ ਜੁੜਦੇ? ਜਿਵੇਂ ਹੁਣ ਆਪਾਂ ਕੀਤਾ, ਸਾਡੇ ਅੰਦਰ ਦਵੰਦ ਹੈ, ਦੁਬਦਾ ਹੈ। ਸੋ ਦੁਬਦਾ ਦੂਰ ਕਰਨ ਦੀ ਲੋੜ ਹੈ। ਜਿਸ ਵੇਲੇ ਮਨੁੱਖ ਦੀ ਦੁਬਦਾ ਦੂਰ ਹੁੰਦੀ ਹੈ, ਉਹਨੂੰ ਆਪਣੀ ਆਤਮਾ ਦੇ ਲਿਸ਼ਕਾਰੇ, ਆਤਮਾ ਦੇ ਝਲਕਾਰੇ ਦਿਸਦੇ ਨੇ, ਤੇ ਉਹਨਾਂ ਵਿੱਚ ਉਹਨੂੰ ਪਰਮਾਤਮਾ ਦੇ ਨਾਲ ਉਹਦਾ ਅਨੁਭਵ ਹੁੰਦਾ। ਦੇਖੋ ਜਿਹੜੀ ਆਤਮਾ ਨਾ, ਇਹ ਹੈ ਹੀ ਅਨੁਭਵ ਦਾ ਵਿਸ਼ਾ। ਦੇਖੋ ਸਰੀਰ ਨੂੰ ਆਪਾਂ ਦੇਖ ਸਕਦੇ ਹਾਂ, ਸਰੀਰ ਸਾਨੂੰ ਦਿਸਦਾ, ਆਪਣਾ ਵੀ ਦਿਸਦਾ, ਦੂਜਿਆਂ ਦਾ ਵੀ ਦਿਸਦਾ। ਸਰੀਰ ਨੂੰ ਅਸੀਂ ਛੋਹ ਵੀ ਸਕਦੇ ਹਾਂ, ਠੀਕ ਹੈ, ਤੇ ਸਰੀਰ ਦਾ ਆਕਾਰ ਰੇਖ ਸਭ ਕੁਝ ਹੈਗਾ, ਪਰੰਤੂ ਜਿਹੜੀ ਆਤਮਾ ਹੈ ਉਹਨੂੰ ਆਪਾਂ ਵੇਖ ਨਹੀਂ ਸਕਦੇ। ਇਸ ਦਾ ਰੂਪ ਰੇਖ ਆਕਾਰ ਨਹੀਂ ਹੁੰਦਾ। ਜਿਵੇਂ ਪਰਮਾਤਮਾ ਅਦ੍ਰਿਸ਼ਟ ਹੈ, ਅਛੂ ਹੈ, ਆਕਾਰ ਤੋਂ ਰਹਿਤ ਹੈ। ਪਰਮਾਤਮਾ ਦਾ ਕੋਈ ਗਤ ਮਿਤ ਉਹਦੀ ਪਤਾ ਕੋਈ ਲੱਭ ਨਹੀਂ ਸਕਦਾ, ਪਰਮਾਤਮਾ ਕਿੱਡਾ ਵੱਡਾ ਹੈ, ਕਿੱਡਾ ਛੋਟਾ ਹੈ, ਨਹੀਂ। ਇਸੇ ਤਰ੍ਹਾਂ ਜਿਹੜੀ ਆਤਮਾ ਨਾ, ਇਹ ਵੀ ਨਾ ਦਿਸਦੀ ਹੈ, ਨਾ ਇਸ ਨੂੰ ਸਪਰਸ਼ ਕਰ ਸਕਦੇ ਹਾਂ, ਨਾ ਇਹਦਾ ਕੋਈ ਆਕਾਰ ਬਿਆਨ ਕਰ ਸਕਦੇ ਹਾਂ। ਚੱਕਰ ਚੇਨ ਅਰ ਬਰਨ ਜਾਰ ਅਰਪਾਤ ਨਾਹਨ, ਜਿਹੜਾ ਵਾਹਿਗੁਰੂ ਬਾਰੇ ਲਿਖਿਆ, ਆਤਮਾ ਦੇ ਵੀ ਸੇਮ ਹੀ ਪ੍ਰੋਪਰਟੀਜ਼ ਨੇ। ਆਤਮਾ ਦੀ ਵੀ ਕੋਈ ਅੰਦਾਜ਼ਾ ਨਹੀਂ ਲਾ ਸਕਦਾ। ਤੋ ਮਤਲਬ ਇਹ ਹੈ ਕਿ ਇਹਨੂੰ ਆਪਾਂ ਕੇਵਲ ਅਨੁਭਵ ਕਰ ਸਕਦੇ। ਸੋ ਇਹਦਾ ਮਤਲਬ ਇਹ ਕਿ ਆਤਮਾ ਜਿਹੜੀ ਹੈ ਉਹ ਅਨੁਭਵ ਦਾ ਵਿਸ਼ਾ ਹੈ। ਆਤਮਾ ਜਿਹੜੀ ਅਨੁਭਵ ਦਾ ਵਿਸ਼ਾ ਹੈ। ਤੋ ਜਿਨ੍ਹਾਂ ਨੂੰ ਅਨੁਭਵ ਹੋ ਜਾਂਦਾ ਆਤਮਾ ਦਾ, ਉਸ ਜਿਹੜਾ ਅਨੁਭਵ ਹੈ ਨਾ, ਉਸ ਅਨੁਭਵ ਵਿੱਚੋਂ ਕੀ ਨਿਕਲਦਾ ਹੈ ਉਹ ਅੱਗੇ ਚੱਲ ਕੇ ਆਪਾਂ ਵਿਚਾਰਾਂਗੇ। ਪਹਿਲੇ ਇੱਕ ਗੱਲ ਦੇਖ ਲਈਏ ਕਿ ਆਤਮਾ ਦੀ ਖੁਰਾਕ ਕੀ, ਜਿਹੜੀ ਦੇਖੋ ਏਡੀ ਇੰਪੋਰਟੈਂਟ ਚੀਜ਼ ਹੈ ਆਤਮਾ, ਕਿ ਜਿਹਦੇ ਬਗੈਰ ਸਰੀਰ ਦੀ ਪਾਇਆ ਹੀ ਕੋਈ ਨਹੀਂ ਹੈ। ਆਤਮਾ ਗਈ ਤੇ ਸਰੀਰ ਲੋਥ ਮੁੱਢਦਾ ਬਣ ਗਿਆ, ਤੇ ਆਫਟਰ ਆਲ ਉਹਦੀ ਕੋਈ ਖੁਰਾਕ ਤੇ ਹੋਏਗੀ। ਆਪਾਂ ਜਿਸ ਵੇਲੇ ਸਰੀਰ ਦੀ ਗੱਲ ਕਰ ਰਹੇ ਸਾਂ, ਮੈਂ ਬੇਨਤੀ ਕੀਤੀ ਸੀ ਕਿ ਸਰੀਰ ਨੂੰ ਪੌਸ਼ਟਿਕ ਆਹਾਰ ਚਾਹੀਦਾ। ਜੇ ਸਾਨੂੰ ਨਿਊਟ੍ਰੀਸ਼ੀਅਸ ਬੈਲੈਂਸ ਡਾਈਟ ਨਹੀਂ ਮਿਲਦੀ, ਸਾਡੇ ਸਰੀਰ 'ਚ ਕਮਜ਼ੋਰੀ ਆ ਜਾਂਦੀ ਹੈ। ਤੇ ਜੇ ਲਗਾਤਾਰ ਨਾ ਮਿਲੇ, ਕਿਸੇ ਨੂੰ 10 ਦਿਨ 20 ਦਿਨ 30 ਦਿਨ 40 ਦਿਨ, ਤੇ ਫਿਰ ਉਸ ਤੋਂ ਬਾਅਦ ਸਰੀਰ ਜਿਹੜਾ ਉਹ ਆਰਾਮ ਨਾਲ ਸੱਤ ਵੀ ਹੋ ਸਕਦਾ। ਜੇ ਆਪਾਂ ਖੁਰਾਕ ਮਿਲੇ ਹੀ ਨਾ ਸਰੀਰ ਨੂੰ 40 ਦਿਨ 50 ਦਿਨ 60 ਦਿਨ, ਇਹ ਤੇ ਸਰੀਰ ਤੇ ਡਿਪੈਂਡ ਕਰਦਾ ਨਾ। ਸਾਡੇ ਸਤਿਕਾਰਯੋਗ ਦਰਸ਼ਨ ਸਿੰਘ ਫੇਰੂਮਾਨ ਜੀ, ਸਭ ਤੋਂ ਵੱਡਾ
ਉਹਨਾਂ ਨੇ ਰਿਕਾਰਡ ਕਾਇਮ ਕੀਤਾ। ਪਰ ਉਹਨਾਂ ਦਾ ਸਰੀਰ ਵੀ, ਕਿਉਂਕਿ ਉਹਨਾਂ ਖਾਣਾ ਪੀਣਾ ਇੱਕ ਪ੍ਰੋਮਿਸ ਕੀ, ਇੱਕ ਵਾਅਦਾ ਕੀਤਾ ਸੀ, ਅਹਿਦ ਲਿਆ ਸੀ, ਨਹੀਂ ਕੀਤਾ। ਸੋ ਕਹਿਣ ਦਾ ਮਤਲਬ ਇਹ ਹੈ ਕਿ ਜਿਸ ਤਰ੍ਹਾਂ ਸਰੀਰ ਖੁਰਾਕ ਤੋਂ ਬਗੈਰ ਖਤਮ ਹੋ ਜਾਂਦਾ ਇੱਕ ਦਿਨ, ਇਸੇ ਤਰ੍ਹਾਂ ਆਤਮਾ ਨੂੰ ਵੀ ਖੁਰਾਕ ਚਾਹੀਦੀ ਹੈ। ਜੇ ਸਰੀਰ ਤੰਦਰੁਸਤ ਰੱਖਣਾ ਹੋਵੇ, ਦੇਖੋ ਅਸੀਂ ਕਿੰਨੇ ਜਾਗਰੂਕ ਹਾਂ ਸਰੀਰ ਬਾਰੇ, ਸਾਨੂੰ ਪਤਾ ਤਾਂ ਸਵੇਰੇ ਉੱਠ ਕੇ ਕੀ ਖਾਣਾ, ਦੁਪਹਿਰੇ ਕੀ ਖਾਣਾ, ਸ਼ਾਮੀ ਕੀ ਖਾਣਾ, ਰਾਤੀ ਕੀ ਖਾਣਾ, ਤਾਂ ਅਸੀਂ ਬੜਾ ਧਿਆਨ ਰੱਖਦੇ ਹਾਂ। ਫਿਰ ਅਸੀਂ ਵੀ ਖਿਆਲ ਰੱਖਦੇ ਹਾਂ ਕਿਹੜੀ ਚੀਜ਼ ਸਾਨੂੰ ਪਚਦੀ ਹੈ, ਕਿਹੜੀ ਨਹੀਂ ਪਚਦੀ, ਕਿਹੜੀ ਸਵਾਦੀ ਹੈ, ਕਿਹੜੀ ਬੇਸਵਾਦੀ ਹੈ। ਕਦੀ ਆਤਮਾ ਬਾਰੇ ਸੋਚੇ ਨਾ। ਜਿੰਨਾ ਚਿਰ ਅਸੀਂ ਸਰੀਰ ਦੀ ਤਰ੍ਹਾਂ ਆਤਮਾ ਬਾਰੇ ਨਹੀਂ ਸੋਚਾਂਗੇ, ਸਾਡੇ ਕਲਹ ਕਲੇਸ਼, ਜਿਹੜੀਆਂ ਦੁੱਖ ਤਕਲੀਫਾਂ ਕਦੀ ਨਹੀਂ ਖਤਮ ਹੋਣਗੀਆਂ। ਆਤਮਾ ਬਾਰੇ ਸੋਚੀਏ ਕਿ ਆਤਮਾ ਦੀ ਖੁਰਾਕ ਕੀ ਹੈ। ਸਰੀਰ ਦੀ ਖੁਰਾਕ ਚੰਗੇ ਫਲ ਫਰੂਟ, ਦੁੱਧ ਦਹੀਂ, ਭੋਜਨ ਆਦਿਕ ਹੈ। ਇਸ ਤਰ੍ਹਾਂ ਮਨ ਦੀ ਖੁਰਾਕ ਚੰਗੇ ਖਿਆਲ ਨੇ, ਤੇ ਭਾਈ ਆਤਮਾ ਦੀ ਖੁਰਾਕ ਹੈ ਨਾਮ ਜਪਣਾ। ਤੇ ਜੇ ਆਪਾਂ ਨਾਮ ਨਹੀਂ ਜਪਦੇ ਤੇ ਸਮਝ ਲਓ ਜਿਸ ਤਰ੍ਹਾਂ ਸਰੀਰ ਨੂੰ ਪੌਸ਼ਟਿਕ ਭੋਜਨ ਨਾ ਮਿਲੇ ਤਾਂ ਸਰੀਰ ਦਾ ਕੀ ਬਣਦਾ। 2 ਦਿਨ ਰੋਟੀ ਨਾ ਮਿਲੇ, 2 ਦਿਨ ਤੇ ਬੜੇ ਨੇ, ਕਿਤੇ 2 ਘੰਟੇ ਲੇਟ ਹੋ ਜਾਏ ਤੇ ਕਈ ਵਾਰੀ ਜਾਨ ਨਿਕਲ ਜਾਂਦੀ ਹੈ। ਤੇ ਆਤਮਾ ਬਾਰੇ ਕਦੀ ਸੋਚਿਆ ਹੀ ਨਹੀਂ। ਤੇ ਜੇ ਨਹੀਂ ਸੋਚਿਆ ਤੇ ਇੱਕ ਗੱਲ ਯਾਦ ਰੱਖੀਏ, ਸਾਨੂੰ ਪਤਾ ਹੋਵੇ ਜਾਂ ਨਾ ਹੋਵੇ, ਜੇਕਰ ਆਪਾਂ ਨਾਮ ਸਿਮਰਨ ਨਹੀਂ ਕਰਦੇ, ਧਿਆਨ ਦੇਣਾ ਸਾਧ ਸੰਗਤ ਜੀ, ਸਾਡੇ ਮਨ 'ਚ ਹੈ ਜਾਂ ਨਹੀਂ ਹੈ। ਜੇਕਰ ਆਪਾਂ ਨਾਮ ਸਿਮਰਨ ਨਹੀਂ ਕਰਦੇ ਤਾਂ ਅਸੀਂ ਆਤਮਘਾਤੀ ਹਾਂ। ਦਿਸ ਇਜ਼ ਸੁਸਾਈਡਲ ਅਟੈਕ ਔਨ ਆਵਰਸੈਲਫ। ਮਹਾਰਾਜ ਦੀ ਬਾਣੀ 'ਚ ਲਿਖਿਆ ਕਿ ਦੁਰਲਭ ਦੇ ਪਾਈ ਵਡਭਾਗੀ, ਨਾਮ ਨਾ ਜਪੈ ਤੇ ਆਤਮਘਾਤੀ। ਜਿਹੜੇ ਨਾਮ ਨਹੀਂ ਜਪਦੇ ਉਹ ਆਤਮਘਾਤੀ ਨੇ। ਕਿਆ ਅਸੀਂ ਇਹ ਲੇਬਲ ਲੈਣਾ, ਆਪਣੇ ਆਪ ਤੇ ਲਾਣਾ ਪਸੰਦ ਕਰਾਂਗੇ? ਪਸੰਦ ਤਾਂ ਨਹੀਂ ਕਰਾਂਗੇ, ਪਰ ਲੇਬਲ ਲੱਗ ਜਾਣਾ ਜੇਕਰ ਆਪਾਂ ਨਾਮ ਨਾ ਜਪਿਆ। ਜੇਕਰ ਹੁਣ ਤੱਕ ਨਹੀਂ ਜਪਿਆ ਤੇ ਲੇਬਲ ਤਾਂ ਲੱਗਿਆ, ਸਾਨੂੰ ਨਾਂ ਦਿਸੇ ਕੋਈ ਗੱਲ ਨਹੀਂ, ਕਿਉਂਕਿ ਆਤਮਾ ਨਹੀਂ ਦਿਸਦੀ ਤੇ ਉੱਤੇ ਲੱਗਿਆ ਲੇਬਲ ਕਿਹੜਾ ਦਿਸਣਾ। ਪਰ ਲੇਬਲ ਲੱਗ ਗਿਆ, ਇਸ ਨੂੰ ਹਟਾਉਣ ਦੀ ਲੋੜ ਹੈ। ਮਹਾਰਾਜ ਨੇ ਬਾਣੀ 'ਚ ਕਿਹਾ ਹੈ ਕਿ ਮਰਨਾ ਚਾਹੀਂ ਜਿਨ੍ਹਾਂ ਬਿਸਰਤ ਨਾਮ, ਨਾਮ ਬੀਉਨ ਜੀਵਨ ਕੌਣ ਕਾਮ। ਉਹ ਤਾਂ ਕਹਿੰਦੇ ਨਾਮ ਤੋਂ ਬਗੈਰ ਜੀਵਨ ਕਿਸੇ ਕੰਮ ਦਾ ਹੀ ਨਹੀਂ। ਆਪਾਂ ਆਤਮਾ ਦੀ ਗੱਲ ਕਰ ਰਹੇ ਹਾਂ ਸਾਧ ਸੰਗਤ ਜੀ। ਤੇ ਹੁਣ ਦੇਖੋ ਸਿਮਰਨ ਦਾ ਤੇ ਆਤਮਾ ਦਾ ਕੀ ਸੰਬੰਧ ਹੈ। ਸਿਮਰਨ ਤੇ ਆਤਮਾ ਦਾ ਕੀ ਸੰਬੰਧ ਹੈ? ਜੇ ਨਹੀਂ ਕਰਦੇ, ਮਹਾਰਾਜ ਕਹਿੰਦੇ ਨੇ ਮਰਨਾ ਚਾਹੀਂ ਜਿਨ੍ਹਾਂ ਬਿਸਰਤ ਨਾਮ, ਨਾਮ ਬੀਉਨ ਜੀਵਨ ਕੌਣ ਕਾਮ। ਖਾਤ ਪੀਤ ਖੇਲਤ ਹਸ ਵਿਸਾਰ, ਕਵਨ ਅਰਥ ਮ੍ਰਿਤਕ ਸ਼ਿੰਗਾਰ। ਤੂੰ ਖਾਣਾ ਪੀਣਾ ਹੱਸਣਾ, ਸਰੀਰ ਨੂੰ ਸ਼ਿੰਗਾਰ ਕੇ ਰੱਖਦਾ, ਤਰ੍ਹਾਂ ਤਰ੍ਹਾਂ ਦੇ ਭੋਜਨ ਖਾਣਾ, ਕਦੀ ਫਲਾਣੇ ਰੈਸਟੋਰੈਂਟ ਜਾ ਰਹੇ ਹਾਂ ਜੀ, ਕਦੀ ਫਲਾਣੇ ਰਿਜ਼ੋਰਟ ਤੇ ਜਾ ਰਹੇ ਹਾਂ ਜੀ। ਮੇਰੇ ਮਾਲਿਕ ਕਹਿੰਦੇ ਨੇ ਪਾਤਸ਼ਾਹ ਜੀ, ਭਲਿਆ ਜੇ ਨਾਮ ਨਹੀਂ ਜਪਦਾ ਤੇ ਇੰਜ ਹੀ ਹੈ ਜਿਵੇਂ ਕਿਸੇ ਮੁਰਦੇ ਨੂੰ ਸ਼ਿੰਗਾਰ ਕੀਤਾ ਜਾਏ। ਕਿਉਂ? ਕਿਉਂਕਿ ਆਤਮਾ ਦੀ ਖੁਰਾਕ ਹੈ ਨਹੀਂ, ਇਸ ਕਰਕੇ ਅਸੀਂ ਮੁਰਦਿਆਂ ਦੇ ਸਮਾਨ। ਤੇ ਮਹਾਰਾਜ ਨੇ ਇਸੇ ਸ਼ਬਦ ਕਿਹਾ ਸੀ ਕਿ ਜੋ ਨਾ ਸੁਣੈ ਜਸ ਪਰਮਾਨੰਦਾ। ਉਹ ਪਤਾ ਕਿਹੋ ਜਿਹਾ? ਜਿਹੜਾ ਨਾਮ ਨਹੀਂ ਜਪਦਾ, ਪਸ ਪੰਖੀ ਤ੍ਰਿਗਤ ਜੋਨ ਤੇ ਮੰਦਾ। ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ, ਕੇਵਲ ਨਾਮ ਰਿਦ ਮਾਹੇ ਸਮਾਇਆ। ਮੇਰੇ ਪਾਤਸ਼ਾਹ ਜੀ ਆਖਦੇ ਨੇ ਭਾਈ ਭੱਲਿਓ, ਗੁਰੂ ਨੇ ਸਾਨੂੰ ਇਹੀ ਉਪਦੇਸ਼ ਦਿੱਤਾ ਹੈ। ਕਹੋ ਨਾਨਕ ਗੁਰ ਮੰਤਰ, ਮੰਤਰ ਕੀ ਹੁੰਦਾ? ਉਪਦੇਸ਼। ਇਹੀ ਉਪਦੇਸ਼ ਦਿੱਤਾ ਹੈ ਕਿ ਕੇਵਲ ਨਾਮ ਰਿਦ ਮਾਹੇ ਸਮਾਇਆ। ਤੇਰੇ ਨਾਮ ਵਿੱਚ, ਤੇਰੇ ਹਿਰਦੇ ਵਿੱਚ ਨਾਮ ਨੂੰ ਹਮੇਸ਼ਾ ਸਮੋ ਕੇ ਰੱਖਣਾ ਪੈਣਾ, ਤਾਂ ਤੇਰੀ ਆਤਮਾ ਜਿਹੜੀ ਹੈ ਉਹ ਬਲਵਾਨ ਰਹੇਗੀ। ਤੂੰ ਆਤਮਾ ਬਲਵਾਨ ਰਹੇਗੀ ਤੇ ਤੂੰ ਦੇਖੀ ਤੇਰੇ ਨੇੜੇ ਕੋਈ ਕਲਹ ਕਲੇਸ਼ ਦੁੱਖ ਤਕਲੀਫ ਨਹੀਂ ਆਏ। ਤੋ ਸਾਧ ਸੰਗਤ ਜੀ, ਆਪਾਂ ਇਹ ਅਨੁਭਵ ਦਾ ਵਿਸ਼ਾ ਆਤਮਾ। ਪਰ ਇੱਕ ਖਿਆਲ ਰੱਖਣਾ, ਜਿਸ ਵੇਲੇ ਆਪਾਂ ਸਿਮਰਨ ਕਰਦੇ ਹਾਂ, ਕਿਉਂਕਿ ਸਿਮਰਨ ਦਾ ਤੇ ਆਤਮਾ ਦਾ ਬੜਾ ਸਿੱਧਾ ਜਿਹਾ ਸੰਬੰਧ ਆਪਾਂ ਹੁਣੇ ਵਿਚਾਰਿਆ। ਜਿਸ ਵੇਲੇ ਜਿਹੜੇ ਮਨੁੱਖ ਸਿਮਰਨ ਕਰਦੇ ਨੇ ਨਾ, ਸਿਮਰਨ ਦੀ ਬਰਕਤ ਨਾਲ ਹੀ ਆਤਮਾ ਦੀ ਸੋਝੀ ਪੈਂਦੀ ਹੈ। ਉਹਦਾ ਇੱਕ ਨਿਸ਼ਾਨੀ ਕੀ ਹੈ? ਇੱਕ ਨਿਸ਼ਾਨੀ ਦੇਖਣਾ ਬੜੀ ਹੈ, ਆਮ ਜਿਹੀ ਹੈ। ਜਿਸ ਮਨੁੱਖ ਦਾ ਹਿਰਦਾ ਬੜਾ ਨਰਮ ਹੋਵੇ, ਨਰਮ ਹਿਰਦੇ ਤੋਂ ਭਾਵ ਹੈ ਕਿ ਕਿਸੇ ਦਾ ਦੁੱਖ ਨੂੰ ਆਪਣਾ ਦੁੱਖ ਲੱਗੇ। ਅਸੀਂ ਤੇ ਏਡੇ ਕਠੋਰ ਹਾਂ, ਅਸੀਂ ਕਹਿੰਦੇ ਮੈਨੂੰ ਕੀ, ਕੋਈ ਗੱਲ ਤੇ ਮੈਨੂੰ ਕੀ। ਗੁਆਂਢ ਕੋਈ ਤੜਫਦਾ ਮਰ ਜਾਏ, ਅਸੀਂ ਉਹਦੇ ਵੱਲ ਬਹੁਤਾ ਧਿਆਨ ਨਹੀਂ ਦਿੰਦੇ। ਦੁਨੀਆ 'ਚ ਕਿੰਨੇ ਕੁ ਉਪੱਦਰ ਹੋ ਰਹੇ ਨੇ, ਅਸੀਂ ਵੱਸ ਤੋਂ ਬਾਹਰ ਨੇ। ਪਰ ਜਿਹੜੇ ਕੰਮ ਅਸੀਂ ਕਰ ਸਕਦੇ ਹਾਂ, ਸ਼ਾਇਦ ਉਹ ਵੀ ਨਹੀਂ ਕਰ ਰਹੇ। ਤੋ ਮਹਾਰਾਜ ਦੱਸਦੇ ਨੇ ਕਿ ਆਤਮਾ ਜਿਹਦੀ ਟਿਕ ਜਾਏ ਨਾ, ਆਤਮਾ ਟਿਕਣ ਦਾ ਮਤਲਬ ਕੀ ਹੈ? ਸਹਿਜ ਅਵਸਥਾ। ਜਿਹੜਾ ਰਜਗੁਣ ਤਮਗੁਣ ਸਤਗੁਣ ਤੋਂ ਉੱਤੇ ਹੋ ਕੇ ਸਹਿਜ ਅਵਸਥਾ 'ਚ ਪਹੁੰਚ ਜਾਂਦਾ, ਉਹਦੀ ਆਤਮਾ ਟਿਕਾਓ 'ਚ ਆ ਜਾਂਦੀ ਹੈ। ਜਿਹਦੀ ਆਤਮਾ ਟਿਕਾਓ 'ਚ ਆ ਜਾਏ, ਉਹਦੀ ਨਿਸ਼ਾਨੀ ਇਹ ਹੈ ਕਿ ਉਹਦਾ ਮਨ ਬੜਾ ਨਰਮ ਹੁੰਦਾ,
ਉਹ ਹਰ ਇੱਕ ਦਾ ਦੁੱਖ ਆਪਣਾ ਦੁੱਖ ਸਮਝਦਾ ਤੇ ਹਰ ਇੱਕ ਦੀ ਮਦਦ ਕਰਨਾ ਚਾਹੁੰਦਾ। ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰ ਸੋ ਲੈਣ ਮਿਲਾਏ। ਤੋ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਨਦਰ ਕਰੇ ਤਾਂ ਸਿਮਰਿਆ ਜਾਏ। ਜੇ ਵਾਹਿਗੁਰੂ ਦੀ ਬਖਸ਼ਿਸ਼ ਹੋਵੇ ਤਾਂ ਸਿਮਰਨ ਹੁੰਦਾ ਹੈ ਤੇ ਮਨੁੱਖ ਦਾ ਹਿਰਦਾ ਕਿੰਨਾ ਕੁ ਨਰਮ ਹੋ ਜਾਂਦਾ। ਪਾਤਸ਼ਾਹ ਕਹਿੰਦੇ ਨੇ ਆਤਮਾ ਦਰਵੈ ਰਹਿ ਲਿਵ ਲਾਏ, ਆਤਮਾ ਪ੍ਰਾਤਮਾ ਏਕੋ ਕਰੈ, ਅੰਤਰ ਕੀ ਦੁਬਦਾ ਅੰਤਰ ਮਾਰੈ। ਬਸ ਇੰਜ ਦੁਬਦਾ ਖਤਮ ਹੋ ਜਾਂਦੀ। ਸੋ ਦੇਖੋ ਦੁਬਦਾ ਤੋਂ ਗੱਲ ਸ਼ੁਰੂ ਹੋਈ ਸੀ ਜਿਹੜੀ ਰੱਬ ਤੋਂ ਦੂਰੀ ਪਾਉਂਦੀ। ਫਿਰ ਸਿਮਰਨ ਦੀ ਗੱਲ ਆਈ ਸੀ ਜਿਹੜੀ ਦੁਬਦਾ ਨੂੰ ਮਾਰ ਕੇ ਅੰਦਰੋਂ ਕੱਢਦੀ ਹੈ। ਦੁਬਦਾ ਨਿਕਲ ਗਈ ਫਿਰ ਤੇ ਕੀ ਹੈ, ਫਿਰ ਮੈਂ ਤੇ ਵਾਹਿਗੁਰੂ ਉਹ ਤੇ ਉਸ ਵਿੱਚ ਤੇ ਮੋਹੀ ਤੋਹੀ ਮੋਹੀ ਅੰਤਰ ਕੈਸਾ। ਫਿਰ ਤੇ ਮੈਂ ਵਾਹਿਗੁਰੂ ਦੇ ਬਿਲਕੁਲ ਅੰਗ ਸੰਗ ਹੋ ਗਿਆ, ਮੈਨੂੰ ਕੋਈ ਫਿਕਰ ਕੋਈ ਚਿੰਤਾ ਹੀ ਨਹੀਂ ਰਹੀ। ਤੋ ਆਤਮਕ ਟਿਕਾਓ ਦੀ ਜਿਹੜੀ ਇਹ ਗੱਲ ਚੱਲ ਰਹੀ ਹੈ, ਇਹਦੀ ਇੱਕ ਹੋਰ ਨਿਸ਼ਾਨੀ ਹੈ, ਉਹ ਬੜਾ ਧਿਆਨ ਦੇਣਾ। ਇਹ ਜਿਹੜੀ ਮੈਂ ਹੁਣ ਨਿਸ਼ਾਨੀ ਕਹਿਣ ਲੱਗਾ ਨਾ ਅੱਗੀ, ਇਹ ਮੈਂ ਬੇਨਤੀ ਕਰਾਂਗਾ ਆਪਾਂ ਸਾਰੇ ਜਿਹੜੇ ਬਖਸ਼ੀਆਂ ਰੂਹਾਂ ਨੂੰ ਉਹਨੂੰ ਛੱਡ ਕੇ ਬਹੁ ਗਿਣਤੀ ਮੇਰੇ ਵਰਗਿਆਂ ਦੀ ਇਸ ਚੀਜ਼ ਫਸੀ ਹੈ ਕਿ ਮੇਰੀ ਵਡਿਆਈ ਹੋਣੀ ਚਾਹੀਦੀ ਹੈ। ਜੇ ਮੈਂ ਬੋਲ ਰਿਹਾ ਤੇ ਜਿੰਨਾ ਚਿਰ 4 ਆਦਮੀ ਨਾ ਕਹਿਣ ਚੰਗਾ ਬੜਾ ਵਧੀਆ ਬੋਲਿਆ ਜੀ, ਮੈਨੂੰ ਮੇਰਾ ਹਾਜ਼ਮਾ ਹੀ ਖਰਾਬ ਹੋ ਜਾਂਦਾ ਹੈ। ਤੇ ਜਿੰਨਾ ਚਿਰ ਮੈਂ ਇਹ ਨਾ ਕਵਾਂ ਕਿ ਮੇਰੇ ਕੇ ਦਾ ਪੂਰਾ ਢੰਡੋਰਾ ਪਿੱਟਿਆ ਜਾਏ, ਅਖਬਾਰਾਂ 'ਚ ਖਬਰ ਆ ਜਾਏ, ਕੋਈ ਮਾੜਾ ਜਿਹਾ ਨਿੱਕਾ ਜਿਹਾ ਕੰਮ ਕਰਾਂ ਸਮਾਜ ਸੁਧਾਰ ਦਾ ਤੇ ਮੇਰੀ ਫੋਟੋ ਲੱਗ ਜਾਏ। ਕਈ ਤੇ ਆਪਣੀ ਫੋਟੋ ਚੁੱਕ ਕੇ ਆਪ ਅਖਬਾਰ ਨਵੀਸਾਂ ਕੋਲ ਜਾਂਦੇ ਨੇ ਵੀ ਸਾਡੀ ਫੋਟੋ ਲਾ ਦਿਓ ਜੀ। ਉਹਦਾ ਕਾਰਨ ਕਿਸੇ ਵਡਿਆਈ ਦੇ ਭੁੱਖੇ ਆ। ਪਰ ਜਿਹੜਾ ਮਨੁੱਖ ਨਾਮ ਸਿਮਰਨ ਚੌਥੇ ਪਦ ਸਹਿਜ ਅਵਸਥਾ 'ਚ ਪਹੁੰਚ ਜਾਂਦਾ ਨਾ, ਉਹ ਵਡਿਆਈ ਦਾ ਭੁੱਖਾ ਨਹੀਂ ਨਹੀਂ ਰਹਿੰਦਾ। ਔਰ ਇੱਕ ਗੱਲ ਹੋਰ ਧਿਆਨ ਦੇਣਾ, ਜੇ ਉਹਦੀ ਵਡਿਆਈ ਹੋਵੇ ਤੇ ਉਹਨੂੰ ਤਕਲੀਫ ਹੁੰਦੀ ਹੈ। ਜੇਕਰ ਉਹਦੀ ਵਡਿਆਈ ਹੁੰਦੀ ਹੋਵੇ ਨਾ, ਸਿਫਤ ਹੁੰਦੀ ਹੋਵੇ, ਤਾਂ ਉਹਨੂੰ ਚੰਗਾ ਨਹੀਂ ਲੱਗਦਾ। ਉਹਦਾ ਦਿਲ ਕਰਦਾ ਮੇਰੇ ਕੰਨ ਬੰਦ ਹੋ ਜਾਣ, ਮੈਂ ਨਾ ਸੁਣਾ। ਇਸ ਅਵਸਥਾ ਤੇ ਪਹੁੰਚਣਾ ਸਾਧ ਸੰਗਤ ਜੀ, ਅਸੀਂ ਵਡਿਆਈ ਦੇ ਭੁੱਖੇ। ਅੱਜ ਸਮਾਜ ਵਿੱਚ ਰੌਲਾ ਹੀ ਇਸ ਗੱਲ ਦਾ ਤੇ ਮਹਾਰਾਜ ਬਾਣੀ 'ਚ ਕਿਹਾ ਸੀ ਕੌਣ ਵੱਡਾ, ਠੀਕ ਹੈ ਨਾ। ਅਸੀਂ ਵਡਿਆਈ ਦੇ ਮਗਰ ਤੁਰੇ ਹਾਂ ਤੇ ਮਹਾਰਾਜ ਬਾਣੀ 'ਚ ਆਖਿਆ ਕਿ ਸਭ ਸਲਾਹੇ ਆਪ ਕੋ ਵੱਡੋ ਵਡੇਰੀ ਹੋਏ। ਕਿਉਂ ਹੁੰਦਾ ਕਿ ਗੁਰ ਬਿਨ ਆਪ ਨਾ ਚੀਨੀਏ, ਕਹਿ ਸੁਣੇ ਕਿਆ ਹੋਏ। ਤੇ ਪਾਤਸ਼ਾਹ ਕਹਿੰਦੇ ਨਾਨਕ ਸ਼ਬਦ ਪਛਾਣੀਏ। ਇਹ ਹੋਮ ਹੈ, ਇਹ ਜਿਹੜੀ ਵਡਿਆਈ ਦੀ ਭੁੱਖ ਹੈ ਕਿਵੇਂ ਜਾਏਗੀ। ਬਾਬਾ ਜੀ ਦੱਸਦੇ ਨੇ ਕਿ ਨਾਨਕ ਸ਼ਬਦ ਪਛਾਣੀਏ, ਹੋਮੈ ਕਰੈ ਨਾ ਕੋਏ। ਜਿਨ੍ਹਾਂ ਨੂੰ ਸ਼ਬਦ ਦੀ ਪਹਿਚਾਣ ਭਾਵ ਸ਼ਬਦ ਸੁਰ ਦਾ ਮੇਲ ਹੋ ਜਾਂਦਾ, ਉਹਨਾਂ ਦੇ ਅੰਦਰੋਂ ਇਹ ਦੁਬਦਾ ਵੀ ਨਿਕਲ ਜਾਂਦੀ ਹੈ ਤੇ ਹੋਮੈ ਵੀ ਨਿਕਲ ਜਾਂਦੀ। ਤਾਂ ਮਤਲਬ ਇਹ ਹੈ ਕਿ ਦੇਖੋ ਇਸ ਵੇਲੇ ਸਾਡੀ ਸਭ ਤੋਂ ਵੱਡੀ ਭੁੱਖ ਜਿਹੜੀ ਹੈ ਉਹ ਇਸ ਵਡਿਆਈ ਦੀ। ਅਸੀਂ ਵਡਿਆਈ ਪਿੱਛੇ ਕਰਦੇ ਹਾਂ। ਲੋਕੀ ਬੜੇ ਬੜੇ ਟਰਸਟ ਬਣਾਉਂਦੇ ਨੇ, ਸੇਵਾ ਵੀ ਕਰਦੇ ਨੇ, ਚੰਗੀ ਗੱਲ ਹੈ, ਪਰ ਪਿੱਛੇ ਇੱਕ ਉਹਨਾਂ ਦੇ ਮੰਤਵ ਲੁਕਿਆ ਹੁੰਦਾ ਹੈ ਕਿ ਸਾਡੀ ਵਡਿਆਈ ਹੋਣੀ ਚਾਹੀਦੀ ਹੈ। ਤਾਂ ਇਹ ਨਹੀਂ ਹੋਣਾ ਚਾਹੀਦਾ। ਆਪਾਂ ਸੇਵਾ ਤੇ ਕਰੀਏ, ਕਿਉਂਕਿ ਪਾਤਸ਼ਾਹ ਨੇ ਕਿਹਾ ਕਿ ਆਪਾਂ ਨੂੰ ਸੁਖਮਨੀ ਸਾਹਿਬ ਜੀ ਮਹਾਰਾਜ ਨੇ ਦੱਸਿਆ ਕਿ ਸੇਵਾ ਕਰਤ ਹੋਏ, ਹਾਂਜੀ, ਨੇਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ। ਇਹ ਕੇਵਲ ਪੜਨ ਜੋਗਾ ਹੀ ਹੈ, ਇਹ ਕੇਵਲ ਪੜਨ ਜੋਗਾ। ਆਪਾਂ ਨਿਸ਼ਕਾਮ ਹੋਏ, ਨੇਕਾਮੀ ਹੋਏ, ਸਾਨੂੰ ਤੇ ਤਕਲੀਫ ਹੋ ਜਾਂਦੀ ਹੈ ਸਾਡਾ ਨਾਂ ਨਾ ਕੋਈ ਲਵੇ, ਔਰ ਨਾਂ ਲੈਣ ਦਾ ਰਿਵਾਜ ਵੀ ਬੜਾ ਵੱਧ ਗਿਆ। ਇੱਕ ਐਸਾ ਸਾਡਾ ਰਿਵਾਜ ਹੀ ਪੈ ਗਿਆ ਵੀ ਹਰ ਵਾਰੀ ਅਗਲੇ ਦਾ ਨਾਂ ਲੈਂਦੇ ਆ ਵੀ ਉਹਦਾ ਵੀ ਧੰਨਵਾਦ, ਉਹਦਾ ਵੀ ਧੰਨਵਾਦ। ਸੱਚ ਪੁੱਛੋ, ਮੈਂ ਤੇ ਚਾਹੁੰਦਾ ਵੀ ਧੰਨਵਾਦ ਵਾਲੀ ਪ੍ਰਥਾ ਹੀ ਖਤਮ ਹੋਣੀ ਚਾਹੀਦੀ। ਜਿਹਨੇ ਕਰਨਾ ਹੈ ਆਪਣੇ ਬਾਬੇ ਲਈ ਕਰਨਾ ਹੈ, ਆਪਣੀ ਆਤਮਾ ਲਈ ਕਰਨਾ ਹੈ, ਕਿਸੇ ਲਈ ਤੇ ਕਰਨਾ ਨਹੀਂ। ਕਰਨਾ ਆਪਣੇ ਲਈ ਤੇ ਵਡਿਆਈ ਦੂਜੇ ਕੋਲ ਲੈਣੀ। ਮੈਨੂੰ ਤਾਂ ਲੱਗਦਾ ਸਾਡੀ ਕੀਤੀ ਕਰਾਈ 'ਚ ਇਹ ਠੂੰਗਾ ਲੱਗ ਜਾਂਦਾ। ਸੋ ਵਾਹਿਗੁਰੂ ਕਿਰਪਾ ਕਰਨ, ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨਗੇ। ਕੋਈ ਐਸੀ ਗੱਲ ਨਹੀਂ ਕਿ ਅਸੀਂ ਵੀ, ਸਤਿਗੁਰੂ ਜੀ ਸਾਡੇ ਤੇ ਧਿਆਨ ਕਿਰਪਾ ਕਰਨਗੇ, ਅਸੀਂ ਵੀ ਇਸ ਅਵਸਥਾ ਤੇ ਪਹੁੰਚਾਂਗੇ। ਯਕੀਨ ਰੱਖਣਾ ਚਾਹੀਦਾ। ਆਓ, ਇਹ ਸਮਾਂ ਥੋੜਾ ਜਿਹਾ ਰਹਿ ਗਿਆ, ਹਾਂਜੀ 7 ਮਿੰਟ ਦਾ ਸਮਾਂ ਹੈਗਾ। ਸਾਧ ਸੰਗਤ ਆਪਾਂ ਕੁਝ ਗੱਲਾਂ ਜਿਹੜੀਆਂ ਨੇ ਉਹ ਹੋਰ ਕਰ ਲੈਣੇ। ਦੇਖੋ ਇਹ ਹੁਣ ਜਿਹੜੀ ਗੱਲ ਚੱਲ ਰਹੀ ਸੀ ਉਹਦੀ ਸਹਿਜ ਅਵਸਥਾ ਦੇ ਬਾਰ-ਬਾਰ ਜ਼ਿਕਰ ਆ ਰਿਹਾ। ਮੈਂ ਬੇਨਤੀ ਕਰਦੇ ਹਾਂ ਕਿ ਸਹਿਜ ਅਵਸਥਾ ਜਿਹੜੀ ਹੈ ਅਧਿਆਤਮਕ ਪੰਥ ਦੀ ਮੰਜ਼ਿਲ ਹੈ। ਮੈਂ ਰਿਪੀਟ ਕਰ ਰਿਹਾ, ਅਧਿਆਤਮਕ ਪੰਥ ਦੀ ਜਿਹੜਾ ਉਹਦੀ ਮੰਜ਼ਿਲ ਕੀ ਹੈ? ਸਹਿਜ ਤੇ ਪਹੁੰਚਣਾ। ਜੇ ਆਪਾਂ ਆਪਣੇ ਆਪ ਨੂੰ ਕਹਿੰਦੇ ਅਸੀਂ ਅਧਿਆਤਮਕ ਦੇ ਰਸਤੇ, ਸਪਿਰਿਚੁਅਲਿਟੀ ਦੇ ਰਸਤੇ ਤੇ ਤੁਰੀਏ, ਤੇ ਫਿਰ ਸਾਡਾ ਜਿਹੜਾ ਨਾ ਨਿਸ਼ਾਨਾ ਖਾਣਾ ਪੀਣਾ, ਮੈਂ ਕਿਹੋ ਜਿਹਾ ਖਾ ਰਿਹਾ, ਮੈਂ ਕਿਹੋ ਜਿਹਾ ਪਹਿਨ ਰਿਹਾ, ਮੈਂ ਕਿਹੋ ਜਿਹੇ ਮੈਂਸ਼ਨ 'ਚ ਰਹਿ ਰਿਹਾ ਜਾਂ ਆਮ ਹਟਮੈਟ 'ਚ ਰਹਿ ਰਿਹਾ, ਮੇਰੇ ਅੰਦਰੋਂ ਇਹ ਗੱਲਾਂ ਖਤਮ ਹੋ ਜਾਣਗੀਆਂ। ਉਹ ਚੀਜ਼ਾਂ ਇਮਟੀਰੀਅਲ ਹੋ ਜਾਣਗੀਆਂ। ਜਿਹੜੀਆਂ ਚੀਜ਼ਾਂ ਹੁਣ ਮਟੀਰੀਅਲ ਨੇ ਉਹ ਇਮਟੀਰੀਅਲ ਹੋ ਜਾਣਗੀਆਂ। ਤੇ ਫਿਰ ਸਾਡੀ ਆਤਮਾ ਸੋਚੇਗੀ ਕੀ? ਫਿਰ ਉਹ ਰਜਗੁਣ, ਤਮਗੁਣ, ਸਤਗੁਣ ਗੱਲ ਵੀ ਖਤਮ ਹੋ ਜਾਏਗੀ। ਹੁਣ ਆਪਾਂ ਵਡਿਆਈ ਦੀ ਗੱਲ ਆਈ ਹੈ,
ਵੀ ਚੰਗਾ ਕੰਮ ਕਰਕੇ ਉਸ ਵਡਿਆਈ ਉਚਦੀ ਹੈ ਸਤੋਗੁਣ। ਇਹਨਾਂ ਸਾਰੀਆਂ ਚੀਜ਼ਾਂ ਤੇ ਨਾ, ਸਾਰੀਆਂ ਚੀਜ਼ਾਂ ਤੇ ਪਰਦਾ ਪੈ ਜਾਂਦਾ, ਖਤਮ ਹੋ ਜਾਂਦੀਆਂ ਨੇ ਜਿਸ ਵੇਲੇ ਨੂੰ ਸਹਿਜ ਅਵਸਥਾ ਪ੍ਰਾਪਤ ਹੁੰਦੀ। ਫਿਰ ਪਤਾ ਕੀ ਕਈ ਵਾਰ ਹੁੰਦਾ, ਜੇ ਛੋਟਾ ਬੱਚਾ ਹੁੰਦਾ ਨਾ, ਛੋਟਾ ਬੱਚਾ ਹੁੰਦਾ, ਉਹਨੂੰ ਖਿਡੌਣਾ ਲੈ ਜਾ, ਹਾ ਉਹ ਤੇ ਪੁੱਛਕਿਆ ਮਰਦਾ, ਮੈਨੂੰ ਪਤਾ ਨਹੀਂ ਕੀ ਮਿਲ ਗਿਆ। ਬੱਚੇ ਨੂੰ ਟਾਫੀ ਲੈ ਦਿਓ, 2-2.5 ਸਾਲ ਦਾ ਬੱਚਾ ਹੋਵੇ, ਕੁਛ ਚੀਜ਼ ਲੈ ਦਿਓ, ਬੜਾ ਖੁਸ਼ ਹੁੰਦਾ। ਉਹੀ ਬੱਚਾ ਜਿਸ ਵੇਲੇ ਵੱਡਾ ਹੁੰਦਾ 25-30 ਸਾਲ ਦਾ, ਉਹਨੂੰ ਕਹੇ ਕਾਕਾ ਤੈਨੂੰ ਟਾਫੀ ਦਿੰਦੇ ਆ, ਉਹ ਤੁਹਾਡੀ ਟਾਫੀ ਵੱਲ ਦੇਖੇਗਾ ਵੀ ਨਹੀਂ। ਉਹਨੂੰ ਕਹੇ ਤੈਨੂੰ ਖਿਡੌਣਾ ਦਿੰਦੇ ਆ, ਦੇਖੇਗਾ ਵੀ ਨਹੀਂ। ਅਸਲ ਵਿੱਚ ਸਾਨੂੰ ਅਸੀਂ ਵਡਿਆਈਆਂ ਪਿੱਛੇ ਤਾਂ ਜਾਂਦੇ ਆ, ਅਜੇ ਅਸੀਂ ਨਾ ਉਸ 2-2.5 ਸਾਲ ਦੇ ਬੱਚੇ ਤਾਈਂ, ਉਮਰ ਭਾਵੇਂ ਮੇਰੀ 75 ਸਾਲ ਦੀ ਹੋ ਗਈ ਹੈ, ਪਰ ਮੇਰਾ ਕਿਰਦਾਰ 2-2.5 ਸਾਲ ਦੇ ਬੱਚੇ ਵਰਗਾ ਹੈ। ਅਜੇ ਵੀ ਮੈਂ ਉੱਥੇ ਹੀ ਤੁਰਿਆ ਫਿਰਦਾ, ਹਾਏ ਮੇਰਾ ਨਾਮ ਭੁੱਲ ਗਿਆ, ਮੈਂ ਆਹ ਕਰ ਗਿਆ, ਉਹ ਕਰ ਗਿਆ। ਬਈ ਭਲਿਆ ਇਦਾਂ ਸਹਿਜ ਅਵਸਥਾ ਨਹੀਂ ਮਿਲਦੀ। ਸਹਿਜ ਅਵਸਥਾ ਜਿੰਨਾ ਚਿਰ ਨਹੀਂ ਮਿਲਦੀ ਉਹਨਾਂ ਚਿਰ ਤੇਰੇ ਮਨ ਨੂੰ ਟਿਕਾਓ। ਸਹਿਜ ਦਾ ਮਨ ਹੀ ਟਿਕਾਓ ਹੈ ਨਾ ਜੀ। ਸਹਿਜ ਦਾ ਮਨ, ਜਿਸ ਨੂੰ ਸਹਿਜ ਮਿਲ ਗਿਆ ਸਮਝੋ ਉਹਦਾ ਜੀਵਨ ਸਫਲ ਜੇ। ਐਵੇਂ ਬਹੁਤੇ ਇਹਦੇ ਸ਼ੱਕ ਦੀ ਹੋਣ ਦੀ ਲੋੜ ਨਹੀਂ ਹੈ। ਅਸੀਂ ਕਹਿੰਦੇ ਭਈ ਪ੍ਰਾਪਤ ਮਾਨਕ ਦੇ ਰਿਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਉਹ ਜਿਹੜੀ ਬਰੀਆ ਪੂਰੀ ਹੋ ਜਾਏਗੀ, ਜਿਹਨੂੰ ਸਹਿਜ ਆ ਗਿਆ, ਜਿਹਦਾ ਮਨ ਟਿਕਾਓ 'ਚ ਆ ਗਿਆ, ਉਹਨੂੰ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਮੈਂ ਆਪਣੀ ਮੰਜ਼ਿਲ ਤੇ ਪਹੁੰਚ ਗਿਆ। ਹਾਂ, ਇਹ ਜ਼ਰੂਰ ਹੋਣਾ ਚਾਹੀਦਾ ਕਿ ਇਹ ਮੇਰੀ ਮੰਜ਼ਿਲ ਮੇਰੇ ਹੱਥੋਂ ਕਿਤੇ ਨਿਕਲ ਨਾ ਜਾਏ, ਫਿਸਲ ਨਾ ਜਾਏ। ਇਸ ਕਰਕੇ ਉਹਨੂੰ ਘੁੱਟ ਕੇ ਫੜ ਕੇ ਉੱਤੇ ਪਹਿਰਾ ਦੇਣ ਦੀ ਲੋੜ ਹੈ। ਤੇ ਮਹਾਰਾਜ ਨੇ ਬਾਣੀ 'ਚ ਗੱਲ ਕਹੀ ਹੈ, ਮੈਂ ਤੁਹਾਡੇ ਨਾਲ ਸਾਂਝੀ ਕਰ ਲਵਾਂ। ਪਾਤਸ਼ਾਹ ਕਹਿੰਦੇ ਜਿਨ ਤੂੰ ਸੇਵਿਆ ਭਾਉ ਕਰ, ਸਹੀ ਪੁਰਖ ਸੁਜਾਨ। ਮੈਂ ਸਹਿਜ ਅਵਸਥਾ ਦੀ ਗੱਲ ਕਰ ਰਿਹਾ। ਇਹ ਕਿਹਨਾਂ ਨੂੰ ਮਿਲਦੀ ਹੈ? ਜਿਨ ਤੂੰ ਸੇਵਿਆ ਭਾਉ ਕਰ, ਸਹੀ ਪੁਰਖ ਸੁਜਾਨ। ਤਿੰਨਾਂ ਪਿੱਛੇ ਛੁੱਟੀ ਹੈ, ਜਿਨ ਅੰਦਰ ਨਾਮ ਨਿਧਾਨ। ਗੁਰ ਜੀਵੜ ਦਾਤਾ ਕੋ ਨਹੀਂ, ਜਿਨ ਦਿੱਤਾ ਆਤਮਦਾਨ। ਇਹ ਸਹਿਜ ਅਵਸਥਾ ਆਤਮਦਾਨ ਜੇ। ਸਤਿਗੁਰੂ ਸੱਚੇ ਪਾਤਸ਼ਾਹ ਕੋਲੋਂ ਇਹ ਆਤਮਦਾਨ ਜਿਹੜਾ ਹੈ ਉਹ ਮੰਗਣਾ। ਤੋ ਸਾਧ ਸੰਗਤ ਜੀ, ਇੱਕ ਗੱਲ ਆਮ ਭਗਤ ਜੀ ਦਾ ਸ਼ਬਦ ਹੈ ਨਾ, ਜੋ ਬ੍ਰਹਮੰਡੇ ਸੋਈ ਪਿੰਡ ਹੈ, ਜੋ ਖੋਜੇ ਸੋ ਪਾਵੈ। ਅਸਲ 'ਚ ਬ੍ਰਹਮੰਡੇ ਤੇ ਪਿੰਡ ਦਾ ਆਧਾਰ ਵੀ ਆਤਮਾ ਹੀ ਹੈ। ਇਹ ਆਤਮਾ ਹੀ ਵੀ ਜੇ ਕਿ ਅਸੀਂ ਆਤਮਾ ਨਾਲ ਸਾਂਝ ਪਾ ਲਈ, ਜੋ ਪਿੱਛੇ ਹੈ ਨਾ, ਜਨ ਨਾਨਕ ਬਿਨਾ ਆਪਾ ਚੀਨਾ ਮਿਟਣਾ ਭਰਮ ਕੀ ਹੈ। ਭਰਮ ਦੀ ਕਾਈ ਜਿਸ ਵੇਲੇ ਮੁੱਕ ਜਾਂਦੀ ਹੈ ਤੇ ਸਾਨੂੰ ਅੰਦਰ ਹੀ ਪਰਮਾਤਮਾ ਲੱਭ ਪੈਂਦਾ ਹੈ। ਜੋ ਬ੍ਰਹਮੰਡੇ ਸੋਈ ਪਿੰਡ ਹੈ। ਇਹ ਆਤਮਾ ਜਿਹੜੀ ਹੈ ਬੜੀ ਤਾਕਤਵਰ ਹੈ। ਜੇ ਆਤਮਾ ਜਿਹੜੀ ਹੈ, ਅਗਰ ਨਾਮ ਸਿਮਰਨ ਦੀ ਖੁਰਾਕ ਮਿਲਦੀ ਰਹੇ ਨਾ, ਇਹ ਤੇ ਐਡੀ ਤਾਕਤ ਹੈ। ਜਿਵੇਂ ਕੋਈ ਭਲਵਾਨ ਹੋਵੇ ਨਾ, ਭਲਵਾਨ ਹੋਵੇ ਤੇ ਸਾਰੇ ਮਹੱਲੇ ਲੱਗਣ, ਲੈ ਵੀ ਅਸੀਂ ਤੇ ਉਸ ਭਲਵਾਨ ਦੇ ਮਹੱਲੇ 'ਚ ਰਹਿੰਦੇ ਤੇ ਕੋਈ ਖੰਘ ਨਹੀਂ ਸਕਦਾ, ਵਾਕਈ ਕੋਈ ਨਹੀਂ ਖੰਘ ਸਕਦਾ। ਇਸ ਤਰ੍ਹਾਂ ਜੇ ਆਤਮਾ ਬਲਵਾਨ ਹੋਵੇ ਨਾ ਸਾਡੀ, ਜੇ ਆਤਮਾ ਬਲਵਾਨ ਹੋਵੇ ਤੇ ਸਾਧ ਸੰਗਤ ਜੀ, ਕੋਈ ਵਿਕਾਰ, ਕੋਈ ਝੂਠ, ਕੋਈ ਵਡਿਆਈ ਦੀ ਲਾਲਚ ਸਾਡੇ ਅੰਦਰ ਖੰਘ ਨਹੀਂ ਸਕਦੀ। ਤੋ ਇੱਕ ਗੱਲ ਹੋਰ ਇਹਦੇ ਨਾਲ ਸੰਬੰਧਿਤ ਜਿਹੜੀ ਹੈ ਉਹ ਮੈਂ ਕਰਨੀ ਚਾਹੁੰਦਾ। ਕਿਵੇਂ ਪਤਾ ਲੱਗੇ ਵੀ ਸਾਡਾ ਜੀਵਨ ਸਫਲ ਹੋਇਆ ਕਿ ਨਹੀਂ? ਦੇਖੋ, ਆਪਾਂ ਸਾਰੇ ਇੱਥੇ ਜਗਿਆਸੂ ਬੈਠੇ ਹਾਂ। ਖਾਸ ਕਰਕੇ ਜੇ ਸਤਿਗੁਰੂ ਨੇ ਕਿਰਪਾ ਕੀਤੀ ਹੈ, ਅਸੀਂ ਬਾਣੀ ਨਾਲ ਜੁੜ ਕੇ ਜਾਂ ਜੁੜਨ ਦੀ ਕੋਸ਼ਿਸ਼ ਕਰ ਰਹੇ ਹਾਂ, ਤੇ ਇਹਦਾ ਮਤਲਬ ਇਹ ਹੈ ਕਿ ਸਾਨੂੰ ਸਾਡਾ ਨਿਸ਼ਾਨਾ ਤੇ ਇਹੀ ਹੈ ਨਾ, ਸਾਡਾ ਜੀਵਨ ਸਫਲ ਹੋਣਾ ਚਾਹੀਦਾ। ਹੋਰ ਆਪਾਂ ਕਿੱਥੇ ਸਮਾਂ ਪਾਸ ਕਰਨ ਤੇ ਨਹੀਂ ਆਉਂਦੇ, ਟਾਈਮ ਨਹੀਂ ਹੋਣ ਤੇ ਨਹੀਂ ਨਾ ਆਉਂਦੇ, ਠੀਕ ਹੈ ਕਿ ਨਹੀਂ? ਅਸੀਂ ਆਉਂਦੇ ਕਿ ਸਾਡਾ ਜੀਵਨ ਸਫਲ ਹੋ ਜਾਏ। ਤੇ ਸਫਲ ਜੀਵਨ ਦੀ ਇੱਕ ਨਿਸ਼ਾਨੀ ਜੇ ਸਾਧ ਸੰਗਤ। ਹੁਣ ਸਮਾਂ ਵੀ 2-3 ਮਿੰਟ ਦਾ ਰਹਿ ਗਿਆ, ਆਪਾਂ ਨਿਸ਼ਾਨੀ ਉਹਦੇ 'ਚ ਪੂਰੀ ਕਰ ਲਈ ਹੈ। ਦੇਖੋ, ਗੱਲ ਇਹ ਹੈ, ਦੁਨਿਆਵੀ ਸੁੱਖ ਤੇ ਆਤਮਿਕ ਸੁੱਖ ਵਿੱਚ ਬੜਾ ਵੱਡਾ ਅੰਤਰ ਹੈ। ਜੋ ਮੈਂ ਸਰੀਰ ਤੇ ਆਤਮਾ ਦੀ ਗੱਲ ਕੀਤੀ ਸੀ ਨਾ, ਵੀ ਸਰੀਰ ਜਿਹੜਾ ਉਹ ਦਿਸਦਾ ਹੈ, ਆਤਮਾ ਦਿਸਦੀ ਨਹੀਂ। ਸਰੀਰ ਭੁੱਖਾ ਹੈ, ਉਹਨੂੰ ਕਿਸੇ ਹੋਰ ਤਰ੍ਹਾਂ ਦੀ ਭੁੱਖ ਹੈ, ਆਤਮਾ ਨੂੰ ਕਿਸੇ ਹੋਰ ਤਰ੍ਹਾਂ ਦੀ ਭੁੱਖ ਹੈ। ਇਸੇ ਤਰ੍ਹਾਂ ਦੁਨਿਆਵੀ ਸੁੱਖ ਤੇ ਆਤਮਾ ਸੁੱਖ ਬੜਾ ਫਰਕ ਜੇ। ਦੁਨਿਆਵੀ ਸੁੱਖ ਤੇ ਸਾਨੂੰ ਚੰਗਾ ਮਕਾਨ ਮਿਲ ਜਾਏ, ਹਾ ਬਾਬਾ ਤੇਰੀ ਬੜੀ ਮਿਹਰ ਹੋ ਗਈ। ਅੱਛਾ, ਚੰਗਾ ਖਾਣਾ ਮਿਲ ਜਾਏ, ਚੰਗੀ ਔਲਾਦ ਮਿਲ ਜਾਏ, ਦੇਖੋ ਚੰਗੀ ਗੱਲ ਹੈ, ਵਾਹਿਗੁਰੂ ਕਰੇ ਸਭ ਨੂੰ ਮਿਲੇ। ਪਰ ਇਹ ਦੁਨਿਆਵੀ ਸੁੱਖ ਜੇ, ਇਹ ਅਲਟੀਮੇਟ ਸੁੱਖ ਨਹੀਂ ਹੈ। ਇਹ ਅਲਪ ਸੁੱਖ ਹੈ, ਇਹ ਪਰਮਾਨੈਂਟ ਸੁੱਖ ਨਹੀਂ ਹੈ। ਇਹ ਅਲਪ ਸੁੱਖ ਹੈ, ਪਰਮਾਨੈਂਟ ਨਹੀਂ ਹੈ। ਪਰ ਆਤਮਿਕ ਸੁੱਖ ਜਿਹਨੂੰ ਮਿਲ ਜਾਏ ਉਹ ਪਰਮਾਨੈਂਟ ਹੈ। ਦੁਨਿਆਵੀ ਸੁੱਖ ਤੇ ਅੱਜ ਆਇਆ ਤੇ ਚਲਾ ਗਿਆ। ਅੱਜ ਮੇਰੇ ਕੋਲ ਬੈਂਕ ਬੈਲੈਂਸ ਹੈ, ਅੱਜ ਕੋਲ ਮੇਰੇ ਕੋਲ ਮਤਲਬ ਬੜੇ ਵਧੀਆ ਸਾਧਨ ਨੇ, ਮੈਂ ਬੜਾ ਖੁਸ਼ ਹਾਂ। ਪਰ ਇਹ ਵਧੀਆ ਸਾਧਨ ਜਿਹੜੇ ਨੇ, ਜਿਹੜੀ ਗੱਡੀ ਮੈਂ ਅੱਜ ਮਤਲਬ ਬੜੀ ਕੀਮਤੀ ਗੱਡੀ ਅੱਜ ਲਈ ਹੈ, ਉਹ 2-4 ਸਾਲ ਬਾਅਦ ਉਹਨੇ ਵੀ ਖੜਖੜ ਕਰਨਾ ਸ਼ੁਰੂ ਕਰ ਦੇਣਾ। ਕਿਉਂਕਿ ਦੁਨਿਆਵੀ ਸੁੱਖ ਹੈ ਨਾ, ਦੁਨਿਆਵੀ ਸੁੱਖ ਫੇਡ ਕਰਦਾ ਹੈ, ਪਤਲਾ ਪੈ ਜਾਂਦਾ ਹੈ, ਖਤਮ ਵੀ ਹੋ ਜਾਂਦਾ ਹੈ। ਪਰ ਆਤਮਿਕ ਸੁੱਖ ਜੇ ਮਿਲ ਜਾਏ ਸਾਧ ਸੰਗਤ ਜੀ, ਤੇ ਆਤਮਿਕ ਸੁੱਖ ਖਤਮ ਨਹੀਂ ਹੁੰਦਾ। ਦੁਨਿਆਵੀ ਸੁੱਖ ਤੇ ਗਿਰਗਟ ਦੇ, ਜਿਵੇਂ ਗਿਰਗਟ ਆਪਣੇ ਰੰਗ ਬਦਲਦੀ ਹੈ ਨਾ, ਉਹ ਬਦਲਦਾ ਹੀ ਰਹਿੰਦਾ। ਅੱਜ ਸੁਖੀ ਹਾਂ, ਅੱਜ ਦੁਖੀ ਹਾਂ। ਅੱਜ ਮੇਰਾ ਮਿੱਤਰ ਮੇਰੇ ਨਾਲ ਖੁਸ਼ ਹੈ, ਮੈਂ ਬੜਾ ਖੁਸ਼ ਹਾਂ। ਕੱਲ ਉਹਨੇ ਮੈਨੂੰ ਕੁਝ ਕਹਿਤਾ, ਮੈਂ ਨਾਰਾਜ਼ ਹੋ ਗਿਆ। ਅੱਜ ਅਜੀਤ ਸਿੰਘ ਮੈਨੂੰ ਬੜਾ ਚੰਗਾ ਲੱਗਦਾ ਹੈ, ਕੱਲ ਉਹਨੇ ਮੇਰੀ ਕੋਈ ਗੱਲ ਨਾ ਮੰਨੀ, ਉਹ ਮੈਨੂੰ ਅਜੀਤ ਸਿੰਘ ਭੈੜਾ ਲੱਗਣ ਲੱਗ ਪਏਗਾ।
क्यों? ये गिरगट की तरह रंग बदलता है दुनियावी सुख, पर जिहड़ा आत्मक सुख है क्योंकि परमात्मा नाल जुड़दा है ते परमात्मा जिहड़ा है वो तो कदी बदलदा ही नहीं। इस करके जे असीं परमात्मा नाल जुड़ जाएंगे ना ते साडा ये जिहड़ा सुख है ये भी परमानेंट ही हो जाएगा, बदलेगा नहीं। मैं सूही राग विच पातशाह पहले पातशाह दा फरमान है वो तुहाडे नाल साझा करदा कि नित नित खुशियां मन करे, नित नित मंगै सुख जियो। साडा मन कहता हाय रब्बा यह भी मिल जाए, रोज कहने कौन कहना ना मिले। नित नित खुशियां मन करे, नित नित मंगै सुख जियो। पर एक गल असीं भुल जाने, ये तो मंगदे हां पर करता चित ना आवे ही, फिर लगे दुख जियो। देखो इस मनुख किड्डा हुशियार है, शातर है। ये कहता सब सुख मांगे नाम बिसारी, ऐसा जग देखा जुआरी, सब सुख मांगे नाम बिसारी। कहता नाम ना जपा सुख सारे मिल जाण। ते रब जिहड़ा कोई एडा भोला तो नहीं है। हाँ रब वधिया बड़ा है, रब वधिया बड़ा है। असीं पाप करदे तां सानूं खुआई जांदा है, असीं गलतियां करदे तां भी माफ कर दिंदा है। पर रब भोला नहीं जे, वो रब भोला नहीं है। जे असीं ऐसा जग देखिया जुआरी, सब सुख मांगे नाम बिसारी। रब बाकी गल्लां ते साड़ियां माफ कर देगा, गलतियां जे नाम ना जपिया ते वो माफ नहीं करनी रब ने। ये ध्यान देना। ਅਸੀਂ सोचते हैं कि रब साड़ियां हर गल्लां माफ तो कर दिंदा। लोगों को तुक सुन लो, नित नित खुशियां मन करे, नित नित मंगै सुख जियो, करता चित ना आवे। फिर होया कि फिर लगे दुख जियो। सुख दुख दाता मन वसै, तित तन कैसी भुग जाए। जे सुख दुख देने वाला वाहिगुरु मन च बस जाए ना, बैठ जाए, भाव आत्मा की पहचान हो जाए, तो फिर कोई भुख नहीं रहिंदी। कर सेवा पार ब्रह्म गुर, भुख रह ना काई। जिस वे असीं रब नाल जुड़ जाएंगे ना तो सानू कोई भुख नहीं रहनी। ये आत्मक रस ही मनुखा जन्म की आखिरी मंजिल जे। उधरों साडा टाइम भी आखिरी हो गया समय का। तो मंजिल आखिरी केड़ी है? जिस वे आत्म रस आ जाए, आत्म रस का स्वाद आ जाए। देखो दुनियावी तौर पर गल कर लीए तो मैं नाल समय का भी ख्याल रख रहा। वो 1 मिनट उत्ता हो गया, खिमा करना साध संगत जी, अद्धा मिनट लवांगा होर। देखो इस तरह हैगा कि आपां आत्मक रस की गल कर रहे। देखो दुनियावी असी टेस्ट होंगे ना, आहा रस मलाई खाधी, आहा मज़ा आ गया, पर थोड़ी देर बाद की होंदा है वो मज़ा उड़ जाता, खत्म हो जाता। ठीक है कि नहीं? इस तरह कोई दोस्त मित्र मिलता है, सानू मिल के बड़ा मज़ा आता है, पर मज़ा आस्ते आस्ते घटता जाता। ये दुनियावी चीज़ां घटदियां जांदियां, पर जिस वेले आउंदा है उस वेले बड़ा मज़ा आता है ना। तुहाडा दोस्त मिलता है बड़ी देर बाद, तुहानू कितना रस आंदा है, कितना स्वाद आंदा है ना। ये सारा शरीरक सुख है। ठीक है ना? कोई चीज़ खाधी स्वाद आ गया, आहा चीज़ बड़ी स्वादी है, ये शरीरक सुख है। जेकर जिस तरह शरीर मूँह नूं स्वाद आवे, इस कहने चीज़ बड़ी स्वादी है, किते आत्मा नूं स्वाद आ जाए ना, उन्होंने कहते ने आत्म रस जे जानिया, हर रंग सहजे मान, नानक धन 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 ते धन, क्षमा कर, आत्म रस जे जानिया हर रंग सहजे मान, नानक धन 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 जन आए ते प्रवान। सतगुरु जी कृपा करो, जिन्होंने सहज अवस्था मिल जाए, जिन्होंने आत्मक रस मिल जाए, समझो दी आत्मा चो हर वेले आनंद आवे। एक मैंने किसी महापुरख ने दसिया सीगा, मैं पूछा जी किवें पता लगे? कहंदा अपने आप तो गल्लां करदे हुए, खांदे हुए, पींदे हुए तुहाडे अंदर कोई ना कोई बाणी दी तुक गूंजदी होएगी, अपने आप अंदर शां शां करदी होएगी अंदर, तुसीं अपना काम करी जाओ भावें सुत्ते हो। जे वो अवस्था आ जाए, उन्हें कहंदे ने आत्मक रस टपना शुरू होएगा, टपकना जिवें शहद टपकदा ना, आहा मिठा। ते आत्मा दा जिहड़ा शहद है वो नाम दा रस है, जिस वेले टपकेगा तो फिर साडे लोक सुखी पर लोक सुहेले, नानक हर प्रभ आपे मिले। वाहिगुरु जी का खालसा, वाहिगुरु जी।